ਅਸਲ 'ਚ ਸਾਡੀ ਦੇਸ਼ ਦੀ ਕਮਜ਼ੋਰੀ ਕਹਿ ਲਓ ਜਾਂ ਬਦਕਿਸਮਤੀ ਕਹਿ ਲਓ ਜੀ ਕਿ ਦੇਸ਼ ਦੀ ਸੱਤਾ ਤੇ ਉਹ ਪਾਰਟੀ ਰਾਜ ਕਰ ਰਹੀ ਹੈ ਜੀ ਜਿਹਨੇ ਆਜ਼ਾਦੀ ਦੀ ਲੜਾਈ 'ਚ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਜੀ ਇਹ ਜਥੇਬੰਦੀ ਦੀ ਜਿਹੜੀ ਅਸਲ 'ਚ ਮਾਂ ਆਰਗੇਨਾਈਜੇਸ਼ਨ ਆ ਉਹਦਾ ਨਾਂ ਆ ਆਰਐਸਐਸ, ਜੀ ਜਿਹਨੇ 1925 'ਚ ਇੱਥੇ ਆਪਣਾ ਸੰਗਠਨ ਸ਼ੁਰੂ ਕੀਤਾ ਜੀ ਔਰ ਅੰਗਰੇਜ਼ਾਂ ਦਾ ਸਾਥ ਦਿੱਤਾ ਔਰ ਕਿਹਾ ਵੀ ਸਾਨੂੰ ਅੰਗਰੇਜ਼ਾਂ ਦਾ ਸਾਥ ਦੇਣਾ ਚਾਹੀਦਾ। ਜੀ ਅਸੀਂ ਅੰਗਰੇਜ਼ਾਂ ਦੀ ਗੁਲਾਮੀ ਤਾਂ ਬਰਦਾਸ਼ਤ ਕਰ ਸਕਦੇ ਹਾਂ, ਜੀ ਅਸੀਂ ਦਲਿਤਾਂ ਦੀ ਮੂਹਰੇ ਅੱਗੇ ਆਉਣ, ਉਹ ਲੋਕਾਂ ਦਾ ਸਹਿਯੋਗ ਜਿਹੜਾ ਆ ਉਹ ਕੋਈ ਬੈਂਕ ਦੇ ਫਿਕਸਡ ਅਕਾਊਂਟ ਵਰਗਾ ਨਹੀਂ ਹੈ। ਜੀ ਜੀ ਇਹ ਬਦਕਿਸਮਤੀ ਆ ਵੀ ਬਹੁਤ ਸਾਰੇ ਚੰਗੇ ਕੰਮ ਕਰਨ ਦੇ ਬਾਵਜੂਦ ਵੀ ਜੀ ਪੱਛਮੀ ਬੰਗਾਲ 'ਚ ਖੱਬੇ ਪੱਖ ਦੀ ਸਰਕਾਰ ਨੇ ਲੋਕਾਂ ਦੇ ਮਨਾਂ ਤੋਂ ਲੈ ਗਈ ਹੈ। ਜੀ ਜੀ ਜੇ ਲੋਕੀ ਸਾਰਾ ਆਪਣੇ ਬੱਚਿਆਂ ਦੀ ਰੋਟੀ ਖੋਹ ਕੇ ਵੀ ਲੰਗਰ ਲਾ ਰਿਹਾ ਸਾਂਝਾ, ਇਹ 'ਚ ਕਿਤੇ ਨਾਨਕ ਦਾ ਫਲਸਫਾ ਕੰਮ ਕਰ ਰਿਹਾ। ਜੀ ਉਹਨਾਂ ਦਾ ਸਾਂਝੀਵਾਲਤਾ ਦਾ, ਉਹਨਾਂ ਦਾ ਗਰੀਬ ਗੁਰਬੇ ਲਈ ਖੜਨ ਦਾ, ਉਹਨਾਂ ਲਈ ਰਾਜਿਆਂ ਨੂੰ ਸ਼ੀਂਹ ਤੇ ਉਹਦੇ ਮੁਕੱਦਮਾਂ ਨੂੰ ਕੁੱਤੇ ਕਹਿਣ ਦਾ, ਜ਼ੁਲਮ ਦੇ ਖਿਲਾਫ ਲੜਨ ਦਾ, ਨਿਮਰਤਾ ਰੱਖਣ ਦਾ, ਇਹ ਸਾਰੀਆਂ ਸਿੱਖਿਆਵਾਂ ਗੁਰੂ ਨਾਨਕ ਦੇਵ ਜੀ ਦੀਆਂ ਇਸ ਅੰਦੋਲਨ ਵਿੱਚ ਦਿਸਦੀਆਂ ਲੋਕਾਂ ਨੂੰ। ਬਿਲਗਾ ਨਿਊਜ਼ ਆਨਲਾਈਨ ਨਾਲ ਜੁੜੇ ਦੋਸਤਾਂ ਨੂੰ ਰਜਿੰਦਰ ਸਿੰਘ ਬਿਲਗਾ ਵੱਲੋਂ ਸਤਿ ਸ਼੍ਰੀ ਅਕਾਲ। ਦੋਸਤੋ, RMPI ਦੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅੱਜ ਸਾਡੇ ਨਗਰ ਵਿੱਚ ਆਏ ਨੇ। ਅੱਜ ਅਸੀਂ ਪਾਸਲਾ ਜੀ ਨਾਲ ਦੇਸ਼ ਪੰਜਾਬ ਦੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਾਂਗੇ। ਆਓ ਗੱਲ ਕਰਦੇ ਹਾਂ ਪਾਸਲਾ ਜੀ ਨਾਲ। ਸਵਾਗਤ ਹੈ ਪਾਸਲਾ ਜੀ ਤੁਹਾਡਾ ਬਿਲਗਾ ਨਿਊਜ਼ ਆਨਲਾਈਨ ਤੇ। ਬਿਲਗਾ ਨਿਊਜ਼ ਆਨਲਾਈਨ ਦੇ ਉੱਤੇ ਸਾਰੇ ਸਰੋਤਿਆਂ ਦਾ ਮੈਂ ਬਹੁਤ ਹੀ ਧੰਨਵਾਦੀ ਹਾਂ ਔਰ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਾਸਲਾ ਜੀ, ਜਿਸ ਤਰ੍ਹਾਂ ਦੇਸ਼ ਕਰੋਨਾ ਮਹਾਮਾਰੀ ਦੀ ਜਕੜਨ ਵਿੱਚ ਹੈ ਤੇ ਨਾਲ ਹੀ ਫੰਗਲ ਰੋਗ ਜਿਹੜੇ ਆ ਉਹ ਵੀ ਆ ਗਏ ਨੇ, ਤਾਂ ਦੇਸ਼ ਵਿੱਚ ਫੰਗਸ ਤੋਂ ਜਿਹੜੀ ਦਵਾਈ ਆ ਉਹਦੀ ਵੀ ਘਾਟ ਨਜ਼ਰ ਆ ਗਈ ਆ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਅਸਲ 'ਚ ਜੋ ਇਸ ਵੇਲੇ ਕਰੋਨਾ ਮਹਾਮਾਰੀ ਨਾਲ ਦੇਸ਼ ਦਾ ਹਾਲ ਹੋ ਰਿਹਾ, ਜੀ ਉਹਨੇ 73 ਸਾਲ ਦੀ ਆਜ਼ਾਦੀ ਤੋਂ ਬਾਅਦ ਜਿਹੜੇ ਸਾਡੇ ਹੁਕਮਰਾਨ ਆ, ਜਿਹੜੇ ਝੂਠੇ ਲੋਕਾਂ ਦੇ ਨਾਲ ਲਾਰੇ ਲਾ ਕੇ ਸੱਤਾ 'ਤੇ ਕਬਜ਼ਾ ਕਰਦੇ ਰਹੇ ਆ, ਜੀ ਉਹਨਾਂ ਦਾ ਸਾਰਾ ਹੀ ਪਰਦਾ ਚਾਕ ਹੋ ਗਿਆ। ਜੀ ਕਰੋਨਾ ਮਹਾਮਾਰੀ ਨਾਲ ਉਹਦਾ ਮੁਕਾਬਲਾ ਕਰਕੇ ਆਪਣੇ ਲੋਕਾਂ ਦੀ ਰਾਖੀ ਤਾਂ ਕੀ ਕਰ ਸਕਣੀ ਆ। ਜੀ ਜਿਹੜੇ ਮਰੇ ਹੋਏ ਹਜ਼ਾਰਾਂ ਲੋਕ ਆ ਉਹਨਾਂ ਵਾਸਤੇ ਨਾ ਕੱਫਣ ਮਿਲ ਰਿਹਾ ਤੇ ਨਾ ਬਾਲਣ ਮਿਲ ਰਿਹਾ। ਜੀ ਔਰ ਇਸੇ ਤਰ੍ਹਾਂ ਹਜ਼ਾਰਾਂ ਲੋਕ ਉਹ ਆ ਜਿਹੜੇ ਹਸਪਤਾਲ ਦਾ ਬੈੱਡ ਲੈਣ ਵਾਸਤੇ, ਆਕਸੀਜਨ ਲੈਣ ਵਾਸਤੇ ਟੱਕਰਾਂ ਮਾਰ ਰਹੇ ਆ। ਉੱਥੇ ਉਹਨਾਂ ਨੂੰ ਪੁੱਛਦਾ ਕੋਈ ਨਹੀਂ, ਅਖੀਰ ਅਲਟੀਮੇਟਲੀ ਉਹ ਮੌਤ ਦੇ ਮੂੰਹ ਚਲੇ ਜਾਂਦੇ ਆ। ਜੀ ਇੱਦਾਂ ਦੇ ਸੈਂਕੜੇ ਕੇਸ ਆ ਜਿੱਥੇ ਲੋਕੀ ਮੁਰਦਿਆਂ ਨੂੰ ਆਪਣੇ ਸਾਈਕਲ ਤੇ, ਆਪਣੇ ਮੋਢੇ ਤੇ ਚੱਕ ਕੇ ਸ਼ਮਸ਼ਾਨ ਘਾਟ ਲੈ ਕੇ ਜਾਂਦੇ ਆ। ਜੀ ਇਹ ਇੱਕ ਐਸਾ ਦਰਦਨਾਕ ਸੀਨ ਦੇਸ਼ ਪੇਸ਼ ਹੋ ਗਿਆ। ਜੀ ਔਰ ਇਹ ਦੱਸਦਾ ਇਹ ਆ ਵੀ ਨਾ ਪਹਿਲਾਂ ਕਾਂਗਰਸ ਨੇ ਔਰ ਹੁਣ ਮੋਦੀ ਪਿਛਲੇ 7 ਸਾਲ ਦਾ ਲੱਗਾ ਆ ਜੀ ਝੂਠਾ ਲੋਕਾਂ ਨੂੰ ਗੁੰਮਰਾਹਕੁਨ ਪ੍ਰਚਾਰ ਕਰਕੇ ਵੀ ਅਸੀਂ ਦੇਸ਼ ਬੜੀ ਉੱਨਤੀ ਕਰ ਗਿਆ, ਦੇਸ਼ ਸਾਡਾ ਜਗਤ ਗੁਰੂ ਬਣ ਗਿਆ। ਜੀ ਅਸਲ 'ਚ ਇਹ ਆ ਵੀ ਅਸੀਂ ਆਪਣੇ ਲੋਕਾਂ ਦੀ ਰੱਖਿਆ ਕਰਨ ਦੇ ਵੀ ਕਾਬਿਲ ਨਹੀਂ ਹਾਂ। ਜਿਹੜਾ ਪੈਸਾ ਲੋਕਾਂ ਦੀ ਸਿਹਤ ਸੇਵਾਵਾਂ 'ਤੇ ਲੱਗਣਾ ਸੀ, ਜੀ ਜਿਹੜਾ ਪੈਸਾ ਲੋਕਾਂ ਨੂੰ ਵਿੱਦਿਆ 'ਤੇ ਲੱਗਣਾ ਸੀ, ਇਹਨਾਂ ਲੋਕਾਂ ਨੇ ਉਹ ਪੈਸਾ ਲੁਟੇਰੇ ਲੋਕਾਂ ਦੇ ਖਜ਼ਾਨੇ 'ਚ ਪਾ ਦਿੱਤਾ। ਜੀ ਉਹਨਾਂ ਦੀ ਅਮੀਰੀ ਵਧੀ ਜਾ ਰਹੀ ਆ। ਕਰੋਨਾ 'ਚ ਲੋਕਾਂ ਦੀ ਭੁੱਖਮਰੀ ਵੱਧਦੀ ਜਾ ਰਹੀ ਆ, ਉਹਨਾਂ ਦੀ ਅਮੀਰੀ ਵਧੀ ਜਾ ਰਹੀ ਆ। ਤੋ ਇਸ ਵੇਲੇ ਕਰੋਨਾ ਮਹਾਮਾਰੀ ਦਾ ਹਾਲਤ ਬਹੁਤ ਜ਼ਿਆਦਾ ਮਾੜੀ ਆ ਔਰ ਦੇਖੀ ਨਹੀਂ ਜਾਂਦੀ ਸਾਰੀ ਦੁਨੀਆ ਵਿੱਚ ਸਾਡੀ ਕਿਰਕਰੀ ਹੋ ਰਹੀ ਆ। ਹਾਲੇ ਇਸ ਰੋਗ ਦੇ ਨਾਲ ਅਸੀਂ ਨਜਿੱਠ ਨਹੀਂ ਰਹੇ। ਨਵਾਂ ਰੋਗ ਮਾਰੂ ਆ ਗਿਆ, ਜੀ ਫੰਗਸ ਦਾ, ਬਲੈਕ ਫੰਗਸ ਹੈ ਜਿਹੜੀ, ਜੀ ਉਹਦੇ ਲਈ ਦਵਾਈਆਂ ਅਵੇਲੇਬਲ ਨਹੀਂ ਹਨ। ਜੀ ਲਖਨਊ ਵਿੱਚ ਇੱਕ ਕਹਿੰਦਾ ਵੀ ਸਾਰੇ ਲਖਨਊ 'ਚ ਟੀਕਾ ਹੀ ਨਹੀਂ ਹੈ ਮਿਲ ਰਿਹਾ। 10,000 ਦਾ ਟੀਕਾ ਆ ਉਹ। ਜੀ ਕਹਿਣ ਤੋਂ ਪੱਖਿਆ ਵੀ ਇੱਕ ਰੋਗ ਤੋਂ ਨਿਕਲੇ ਨਹੀਂ ਹਾਂ, ਹਜ਼ਾਰਾਂ ਲੋਕ ਉਹਨਾਂ ਪੀੜਤ ਆ। ਸਰਕਾਰ ਉਹਦਾ ਕੋਈ ਇੰਤਜ਼ਾਮ ਨਹੀਂ ਕਰ ਰਹੀ, ਉਲਟਾ ਲੋਕਾਂ ਨੂੰ ਇਹ ਸਮੇਂ ਦਾ ਇਸਤੇਮਾਲ ਕਰਕੇ ਜੀ ਲੋਕਾਂ ਨੂੰ ਜ਼ਿਆਦਾ ਭਾਰ ਪਾਉਣ ਦੀਆਂ ਨੀਤੀਆਂ ਲਿਆ ਰਹੀ ਆ। ਜੀ ਇਹ ਜਿਹੜਾ ਕਿ ਲੇਬਰ ਕਾਨੂੰਨਾਂ 'ਚ ਉਹਨੇ ਤਬਦੀਲੀ ਕੀਤੀ ਆ, ਜਿਹੜੇ ਕਿਸਾਨਾਂ ਦੇ 3 ਮਾੜੇ ਕਾਨੂੰਨ ਬਣਾਏ ਆ, ਕਾਲੇ ਕਾਨੂੰਨ, ਜੀ ਉਹ ਇਸ ਕਰਕੇ ਬਣਾਏ ਆ ਵੀ ਕਰੋਨਾ ਮਹਾਮਾਰੀ ਦਾ ਲਾਹਾ ਲਿਆ ਜਾਵੇ। ਜੀ ਲੋਕਾਂ ਨੇ ਬੋਲਣਾ ਨਹੀਂ ਹੈ ਤੇ ਫਿਰ ਉਹਦਾ ਕੰਮ ਪਾਰ ਲੱਗੇਗਾ। ਲੋਕਾਂ ਦੀ ਜ਼ਮੀਨਾਂ ਵੀ ਖੋਹ ਲਵਾਂਗੇ, ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ਦੇ ਦੇਵਾਂਗੇ, ਮਹਿੰਗਾਈ ਦਾ ਚੱਕਰ ਵੀ ਚਲਾਵਾਂਗੇ। ਇਸ ਲਈ ਸਰਕਾਰ ਦੋਹਰੀ ਤਰ੍ਹਾਂ ਬੜੀ ਭਾਰੀ ਜ਼ਿੰਮੇਵਾਰੀ ਤੋਂ ਪਾਸੇ ਹੋ ਰਹੀ ਆ। ਇੱਕ ਪਾਸੇ ਲੋਕਾਂ ਦਾ ਮਹਾਮਾਰੀ ਤੋਂ ਕੋਈ ਇਲਾਜ ਨਹੀਂ ਹੋ ਰਿਹਾ, ਨੰਬਰ 2 ਦੇ ਉੱਤੇ ਇਹ ਮੌਕੇ ਦਾ ਲਾਹਾ ਲੈ ਕੇ ਉਹ ਲੋਕਾਂ ਦੇ ਉੱਤੇ ਹੋਰ ਭਾਰ ਪਾ ਰਹੀ ਆ।
ਮੈਂ ਸਮਝਦਾ ਵੀ ਇੰਨੀ ਖੁਦਗਰਜ਼, ਇੰਨੀ ਅਸਹਿਣਸ਼ੀਲ ਔਰ ਇੰਨੀ ਗੈਰ ਸੰਵੇਦਨਾਸ਼ੀਲ ਸਰਕਾਰ ਭਾਰਤ ਦੇ ਲੋਕਾਂ ਨੇ ਪਹਿਲਾਂ ਕਦੀ ਨਹੀਂ ਦੇਖੀ ਹੋਏਗੀ ਜਿੰਨੀ ਮੋਦੀ ਦੇਖੀ ਹੈ। ਪਾਤਲਾ ਜੀ, ਜਿਸ ਤਰ੍ਹਾਂ ਦੇਸ਼ ਜਿਹੜਾ ਇਸ ਵੇਲੇ ਮਹਾਮਾਰੀ ਦਾ ਮੁਕਾਬਲਾ ਕਰ ਰਿਹਾ, ਸਰਕਾਰ ਜਿਹੜੀ ਆ ਉਹਦੇ ਪ੍ਰਬੰਧ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ? ਦੇਸ਼ ਇਸ ਸਥਿਤੀ ਵਿੱਚੋਂ ਨਿਕਲਣ ਲਈ ਕੀ ਕਰਨਾ ਚਾਹੀਦਾ ਦੇਸ਼ ਨੂੰ? ਅਸਲ 'ਚ ਸਾਡੀ ਦੇਸ਼ ਦੀ ਕਮਜ਼ੋਰੀ ਕਹਿ ਲਓ ਜਾਂ ਬਦਕਿਸਮਤੀ ਕਹਿ ਲਓ ਜੀ ਕਿ ਦੇਸ਼ ਦੀ ਸੱਤਾ 'ਤੇ ਉਹ ਪਾਰਟੀ ਰਾਜ ਕਰ ਰਹੀ ਆ ਜੀ ਜਿਹਨੇ ਆਜ਼ਾਦੀ ਦੀ ਲੜਾਈ 'ਚ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਜੀ ਇਹ ਜਥੇਬੰਦੀ ਦੀ ਜਿਹੜੀ ਅਸਲ 'ਚ ਮਾਂ ਆਰਗੇਨਾਈਜੇਸ਼ਨ ਆ, ਉਹਦਾ ਨਾਂ ਆ RSS, ਜੀ ਜਿਹਨੇ 1925 'ਚ ਇੱਥੇ ਆਪਣਾ ਸੰਗਠਨ ਸ਼ੁਰੂ ਕੀਤਾ ਔਰ ਅੰਗਰੇਜ਼ਾਂ ਦਾ ਸਾਥ ਦਿੱਤਾ ਔਰ ਕਿਹਾ ਵੀ ਸਾਨੂੰ ਅੰਗਰੇਜ਼ਾਂ ਦਾ ਸਾਥ ਦੇਣਾ ਚਾਹੀਦਾ। ਅਸੀਂ ਅੰਗਰੇਜ਼ਾਂ ਦੀ ਗੁਲਾਮੀ ਤਾਂ ਬਰਦਾਸ਼ਤ ਕਰ ਸਕਦੇ ਹਾਂ, ਅਸੀਂ ਦਲਿਤਾਂ ਦੀ ਮੋਹਰੇ ਅੱਗੇ ਆਉਣ, ਉਹ ਇੱਥੇ ਮੁਸਲਮਾਨ ਭਾਈਚਾਰਾ ਅੱਗੇ ਆਵੇ, ਇਹ ਬਰਦਾਸ਼ਤ ਨਹੀਂ ਕਰਦੇ। ਇਸ ਲਈ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਤਾਂ ਇਹ ਹੈ ਦੇਸ਼ ਦੀ ਕਿ ਸੱਤਾ ਉਹਨਾਂ ਦੇ ਕੋਲ ਆ। ਇਸੇ ਕਰਕੇ ਉਹ ਸੱਤਾ ਦੇ ਆਉਣ ਤੋਂ ਬਾਅਦ ਸਭ ਕੁਝ ਜੋ ਮਾੜਾ ਮੋਟਾ ਵੀ ਚੰਗਾ ਸੀਗਾ ਉਹਨੂੰ ਉਹ ਬਦਲਣਾ ਚਾਹੁੰਦੇ ਆ। ਜੇ ਦੇਸ਼ ਵਿੱਚ ਸਾਰੇ ਧਰਮਾਂ ਦੇ ਲੋਕ ਇਕੱਠੇ ਰਹਿੰਦੇ ਆ ਤੇ ਉਹ ਨਾਰਾ ਲੈ ਕੇ ਆ ਰਹੇ ਵੀ ਨਹੀਂ ਇੱਥੇ ਤਾਂ ਕੱਟੜਵਾਦੀ ਹਿੰਦੂਆਂ ਦਾ ਦੇਸ਼ ਰਹੇਗਾ, ਇੱਥੇ ਬਾਕੀ ਲੋਕਾਂ ਦਾ ਕੋਈ ਰਹਿਣ ਦਾ ਇੰਤਜ਼ਾਮ ਨਹੀਂ ਹੋਊਗਾ, ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਰਹਿਣਗੇ। ਔਰ ਇਹ ਕਈ ਵਾਰੀ ਭੁਲੇਖਾ ਲੱਗਦਾ ਵੀ ਸ਼ਾਇਦ ਇਹ ਹਿੰਦੂਆਂ ਦਾ ਭਲਾ ਹੋਏਗਾ। ਇੱਦਾਂ ਦੇ ਰਾਜ ਵਿੱਚ ਕਿਉਂਕਿ ਬਹੁਤ ਗਿਣਤੀ ਹਿੰਦੂ ਵਸੋਂਦੀ ਆ, ਹਿੰਦੂਆਂ ਦਾ ਭਲਾ ਵੀ ਕੀ ਕਰਨਾ ਆ? ਜਿਹੜੇ ਹਜ਼ਾਰਾਂ ਪ੍ਰਵਾਸੀ ਮਜ਼ਦੂਰ ਭੁੱਖ ਨਾ ਮਰੇ ਲੋਕਡਾਊਨ 'ਚ, ਉਹਨਾਂ ਦੇ ਵੱਡਾ ਹਿੱਸਾ ਹਿੰਦੂਆਂ ਦਾ ਆ ਜਿਹੜਾ ਮਰਿਆ। ਬੇਰੁਜ਼ਗਾਰ ਹਿੰਦੂਆਂ ਦਾ ਤਬਕਾ ਹੋ ਰਿਹਾ। ਇਸ ਲਈ ਮੈਂ ਇਹ ਨਹੀਂ ਕਹਿੰਦਾ ਵੀ ਮੁਸਲਮਾਨਾਂ ਨੂੰ ਨਹੀਂ ਹੋ ਰਿਹਾ, ਲੇਕਿਨ ਸਾਰੇ ਲੋਕ ਹੋ ਰਹੇ ਆ। ਇਸ ਲਈ ਮੋਦੀ ਇਸ ਦੇਸ਼ ਦੇ ਧਰਮ ਨਿਰਪੱਖ ਤਾਣੇ ਬਾਣੇ ਨੂੰ, ਜਮਹੂਰੀ ਤਾਣੇ ਬਾਣੇ ਨੂੰ ਬਦਲਣਾ ਚਾਹੁੰਦਾ ਆ। ਇਹਦੀ ਜਗ੍ਹਾ 'ਤੇ ਇੱਕ ਹਿੰਦੂ ਰਾਸ਼ਟਰ ਚਾਹੁੰਦਾ ਆ। ਦੁਨੀਆ 'ਚ ਕਿਸੇ ਦੇਸ਼ ਵਿੱਚ ਵੀ ਜਦੋਂ ਧਰਮ ਦੇ ਨਾਂ 'ਤੇ ਰਾਜ ਆਇਆ, ਉਹ ਦੇਸ਼ ਦੀ ਹਾਲਤ ਮਾੜੀ ਹੋਈ ਹੈ। ਚਾਹੇ ਉਹ ਮੁਸਲਮਾਨਾਂ ਦੇ ਨਾਂ 'ਤੇ ਆਵੇ, ਚਾਹੇ ਹਿੰਦੂਆਂ ਦੇ ਨਾਂ 'ਤੇ ਆਵੇ, ਚਾਹੇ ਈਸਾਈਆਂ ਦੇ ਨਾਂ 'ਤੇ ਆਵੇ, ਧਰਮ ਦੇ ਨਾਂ 'ਤੇ ਰਾਜ ਭਾਗ ਚੱਲਣਾ ਬਹੁਤ ਹੀ ਗੁਨਾਹ ਆ, ਕਿਉਂਕਿ ਧਰਮ ਨਿੱਜੀ ਮਾਮਲਾ ਆ ਅਤੇ ਰਾਜ ਕਰਨਾ ਜਮਾਤਾਂ ਦੇ ਆਧਾਰ 'ਤੇ ਕੀਤਾ ਜਾਣਾ ਚਾਹੀਦਾ। ਹੁਣ ਮਸਲਾ ਇਹ ਵੀ ਅਸੀਂ ਇਹ ਕਿ ਮੋਦੀ ਤੋਂ ਛੁਟਕਾਰਾ ਮੋਦੀ ਕਰ ਸਕਦਾ। ਮੈਂ ਸਮਝਦਾ ਕਿ ਮੋਦੀ ਨੇ ਤਾਂ ਕੀ ਕਰਨਾ, ਮੋਦੀ ਨੇ ਦੇਸ਼ ਦੀ ਤਬਾਹੀ ਕਰ ਦਿੱਤੀ ਆ, ਆਰਥਿਕ ਖੇਤਰ ਵਿੱਚ ਵੀ ਤਬਾਹੀ ਕਰ ਦਿੱਤੀ ਆ, ਔਰ ਜਿਹੜਾ ਸਾਡਾ ਰੋਗ ਦਾ ਮਸਲਾ ਇਹਦੇ 'ਤੇ ਵੀ ਤਬਾਹੀ ਕੀਤੀ ਆ, ਔਰ ਦੁਨੀਆ ਭਰ ਵਿੱਚ ਜਿੱਦਾਂ ਸਾਡੀ ਬਦਨਾਮੀ ਹੋ ਰਹੀ ਹੈ। ਮਤਲਬ ਅੰਦਾਜ਼ਾ ਕਰ ਸਕਦੇ ਹੋ ਵੀ ਭਾਰਤ ਵਿੱਚੋਂ ਗਾਂ ਦੀਆਂ ਪਾਥੀਆਂ ਲੋਕੀ ਅਮਰੀਕਾ ਚਲ ਜਾ ਰਹੇ ਆ ਵੀ ਇਹਨਾਂ ਕਰੋਨਾ ਠੀਕ ਹੋ ਜਾਣਾ। ਗੁਜਰਾਤ ਵਿੱਚ ਲੋਕੀ ਗੋਹੇ ਨਾਲ ਨਹਾ ਰਹੇ ਆ, ਗਊ ਦਾ ਪਿਸ਼ਾਬ ਪੀ ਰਹੇ ਆ। ਕੋਈ ਕਿਤੇ ਜਾ ਕੇ ਕਹਿੰਦਾ ਹੈ ਵੀ ਛਿੱਟਾ ਦੇ ਕੇ ਹੀ ਪੂਜਾ ਕਰਕੇ ਹੀ ਅਸੀਂ ਇੱਥੋਂ ਛੁਟਕਾਰਾ ਪਾ ਜਾਣਾ। ਇਹ ਨਾ ਸਾਡੇ ਦੇਸ਼ ਦੀ ਅਗਿਆਨਤਾ, ਜਿਹੜਾ ਅੰਧ ਵਿਸ਼ਵਾਸ ਆ, ਉਹਦਾ ਵੀ ਲੋਕਾਂ 'ਚ ਬਹੁਤ ਸਾਨੂੰ ਐਕਸਪੋਜ਼ ਹੋਇਆ ਸਾਡਾ ਦੇਸ਼। ਔਰ ਇਹ ਬੁਰੀ ਗੱਲ, ਹਾਲਾਂਕਿ ਸਾਡੇ ਦੇਸ਼ ਦੇ ਜਿਹੜੇ ਸਾਇੰਸਦਾਨ ਆ, ਪੜ੍ਹੇ ਲਿਖੇ ਲੋਕ ਆ, ਉਹਨਾਂ ਦੀ ਵੀ ਬਹੁਤ ਵੱਡੀ ਮਾਤਰਾ ਆ, ਉਹ ਦੁਨੀਆ 'ਚ ਡੋਮੀਨੇਟ ਕਰਦੇ ਬਹੁਤ ਸਾਰੇ ਖੇਤਰਾਂ 'ਚ। ਪਰ ਇਹ ਮੋਦੀ ਦੀ ਨੀਤੀ ਬਹੁਤ ਬੁਰੀ ਆ। ਤੀਸਰੀ ਗੱਲ ਵੀ ਮੋਦੀ ਨਹੀਂ ਇਸ ਦੇਸ਼ ਨੂੰ ਸੁਧਾਰ ਸਕਦਾ। ਜੇ ਦੇਸ਼ ਨੇ ਅੱਗੇ ਵਧਣਾ ਆ ਤੇ ਪਹਿਲਾ ਕਾਰਜ ਸਾਡੇ ਸਾਹਮਣੇ ਇਹ ਆ ਵੀ ਮੋਦੀ ਨੂੰ ਸੱਤਾ ਤੋਂ ਉਤਾਰਿਆ ਜਾਵੇ। ਇਹ ਸੱਤਾ ਤੋਂ ਉਤਾਰ ਕੇ ਇੱਥੇ ਉਹ ਢਾਂਚਾ ਕਾਇਮ ਰੱਖਿਆ ਜਾਵੇ ਜਿਹੜਾ ਢਾਂਚਾ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ, ਵੱਖ-ਵੱਖ ਵਿਚਾਰਾਂ ਦੇ ਲੋਕਾਂ ਨੂੰ ਇਕੱਠੇ ਰਹਿਣ ਦੀ ਇਜਾਜ਼ਤ ਦਿੰਦਾ ਔਰ ਨਾਲ ਲੋਕਾਂ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦਾ ਉਹ ਢਾਂਚਾ ਜ਼ਿੰਮੇਵਾਰੀ ਲਵੇ। ਜਿਹਦੇ 'ਚ ਵਿੱਦਿਆ ਆ, ਸਿਹਤ ਸੇਵਾਵਾਂ ਆ, ਜਿਹਦੇ ਵਿੱਚ ਗਰੀਬ ਖੇਤੀਬਾੜੀ ਕਰਨ ਵਾਲੇ ਲੋਕ ਆ, ਛੋਟਾ ਧੰਦਾ ਕਰਨ ਵਾਲੇ ਲੋਕ ਆ, ਉਹਨਾਂ ਦੀ ਆਮਦਨ ਕਿੰਨੀ ਆ, ਉਹਨਾਂ ਦੇ ਬੱਚਿਆਂ ਦਾ ਰੁਜ਼ਗਾਰ ਦਾ ਕਿੰਨਾ ਮਸਲਾ ਆ, ਉਹ ਹੱਲ ਕਰੇ। ਇਸ ਲਈ ਇਹ ਜਿੰਨੀ ਛੇਤੀ ਮੋਦੀ ਦੇਸ਼ 'ਚੋਂ ਜਾਏਗਾ ਉਨਾ ਹੀ ਦੇਸ਼ ਦੇ ਲੋਕਾਂ ਦਾ ਭਲਾ ਆ। ਇਸ ਲਈ ਹਰ ਚੰਗੀ ਸੋਚਣ ਵਾਲੇ ਬੰਦੇ ਦਾ ਪਹਿਲਾ ਨੰਬਰ ਫਰਜ਼ ਇਹ ਬਣਦਾ ਵੀ ਉਹ ਮੋਦੀ ਨੂੰ ਸੱਤਾ ਤੋਂ ਲਾਵੇ। ਨੰਬਰ 2, ਫਿਰ ਇਹਦੇ ਵਿੱਚੋਂ ਹੀ ਮੋਦੀ ਦੀ ਸੱਤਾ ਦੇ ਲਾਉਣ ਦੇ ਵਿੱਚੋਂ ਇੱਕ ਲਹਿਰ ਪੈਦਾ ਦੇਸ਼ 'ਚ ਹੋ ਰਹੀ ਹੈ, ਜਿਹੜੀ ਕਿਸਾਨਾਂ ਦੇ ਰੂਪ 'ਚ ਦੇਖੀ ਜਾ ਸਕਦੀ ਹੈ, ਜਿਹੜੀ ਹੋਰ ਬਹੁਤ ਸਾਰੇ ਥਾਂ 'ਤੇ ਮੁਲਾਜ਼ਮਾਂ ਦੇ ਰੂਪ 'ਚ ਦੇਖੀ ਜਾ ਸਕਦੀ ਕਿ ਲੋਕੀ ਸੱਤਾ ਤੋਂ ਬਾਅਦ ਮੁੜ ਕੇ ਫਿਰ ਕਾਂਗਰਸ ਕੋ ਨਹੀਂ ਜਾਣਾ ਚਾਹੁੰਦੇ। ਲੋਕੀ ਕੋਈ ਹੋਰ ਨਵਾਂ ਰਸਤਾ ਦਿਖਣਾ ਚਾਹੁੰਦੇ ਆ, ਜਿਹੜਾ ਰਸਤਾ ਦੇਸ਼ ਦੇ ਲੋਕਾਂ ਦੇ ਹਿੱਤਾਂ 'ਚ ਹੋਵੇ। ਮੈਂ ਸਮਝਦਾ ਕਿ ਮੋਦੀ ਦੇ ਜਾਣ ਤੋਂ ਬਾਅਦ ਦੇਸ਼ ਦੀ ਜਮਹੂਰੀ ਲਹਿਰ ਇੱਕ ਨਵਾਂ ਕਰਵਟ ਲਏਗੀ। ਅੱਗੇ ਨੂੰ ਜਾਵਾਂਗੇ ਅਸੀਂ, ਔਰ ਜਿਹੜੇ ਦੇਸ਼ ਦੇ ਮਸਲੇ ਆ ਉਹਨਾਂ ਦੇ ਹੱਲ ਕਰਨ ਵੱਲ ਲੋਕਾਂ ਦਾ ਧਿਆਨ ਆਏਗਾ, ਔਰ ਮਸਲੇ ਹੱਲ ਕਰਨ ਦਾ ਤਰੀਕਾ ਸਾਡੇ ਕੋਲ ਮੌਜੂਦ ਆ, ਉਹ ਕੋਈ ਐਸੀ ਗੱਲ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਨਵੀਂ ਧਿਰ ਦੀ ਗੱਲ ਕੀਤੀ ਆ, ਅਗਰ ਬੰਗਾਲ ਦੀ ਚੋਣ ਨੂੰ ਲੈ ਕੇ ਦੇਖੀਏ ਕਿ ਉੱਥੇ ਜਿਸ ਤਰ੍ਹਾਂ ਮਮਤਾ ਜਿਹੜੀ ਆ ਉਹ ਤੀਸਰੀ ਵਾਰੀ ਸਰਕਾਰ ਬਣਾ ਗਈ ਆ, 77 ਸੀਟਾਂ BJP ਪਹਿਲੀ ਵਾਰ ਉੱਥੇ ਲੈ ਗਈ ਆ, ਜਦੋਂ ਕਿ ਉੱਥੇ ਵੱਡਾ ਅਰਸਾ ਰਾਜ ਕਰਨ ਵਾਲੀ ਜਿਹੜੀ ਆ ਪਾਰਟੀ ਆ
ਉਹ ਇਸ ਵਾਰ ਵੀ ਆਪਣਾ ਉਹ ਜਿਹੜਾ ਉਹਨਾਂ ਦੇ ਹਾਲਾਤ ਆ ਤੁਹਾਨੂੰ ਪਤਾ ਹੀ ਆ। ਕੀ ਲੱਗਦਾ ਤੁਹਾਨੂੰ ਵੀ ਦੇਸ਼ ਦੇ ਵਿੱਚ ਜਿਹੜਾ ਨਵਾਂ ਰੁਝਾਨ ਮੋਦੀ ਨੇ ਪੈਦਾ ਕੀਤਾ ਆ, ਲੋਕ ਮਹਿੰਗਾਈ ਦੇ ਖਿਲਾਫ ਵੀ ਜਿਹੜਾ ਆ ਆਵਾਜ਼ ਚੱਕਣ ਨੂੰ ਤਿਆਰ ਨਹੀਂ। ਪੈਟਰੋਲ ਜਿਹੜਾ ਆ ਹੁਣ ਤੱਕ 25 ਰੁਪਏ ਰੇਟ ਜਿਹੜਾ ਆ ਇਹ ਵਾਧਾ ਹੋਇਆ ਆ। ਇਹ ਕੀ ਲੱਗਦਾ ਤੁਹਾਨੂੰ ਵੀ ਦੇਸ਼ ਦੇ ਵਿੱਚ ਜਿਹੜਾ ਤੁਹਾਡਾ ਕਹਿਣ ਆ ਵੀ ਨਵੀਂ ਧਿਰ ਆਵੇ, ਕਿਸ ਤਰ੍ਹਾਂ ਸੰਭਵ ਹੈ? ਲੋਕਾਂ ਦਾ ਸਹਿਯੋਗ ਜਿਹੜਾ ਆ ਉਹ ਕੋਈ ਬੈਂਕ ਦੇ ਫਿਕਸਡ ਅਕਾਊਂਟ ਵਰਗਾ ਨਹੀਂ ਹੈ ਜੀ। ਜੇ ਮੈਂ ਕਹਾਂ ਵੀ ਮੈਂ ਜਿਹੜਾ 20 ਸਾਲ ਪਹਿਲਾਂ ਕੰਮ ਚੰਗਾ ਕੀਤਾ ਸੀ, ਲੋਕੋ ਮੈਂ ਬੜਾ ਆਸਾਨ ਤੁਹਾਡੇ 'ਤੇ ਕੀਤਾ, ਤਾਂ ਹੁਣ ਤੁਸੀਂ ਮੇਰੇ ਪੱਕੇ ਰਹੋ ਮੇਰੇ ਨਾਲ। ਲੋਕੀ ਇੱਦਾਂ ਨਹੀਂ ਦੇਖਦੇ ਜੀ। ਲੋਕੀ ਪੈਰ ਪੈਰ 'ਤੇ ਦੇਖਦੇ ਆ ਵੀ ਸਾਡੇ ਹਿੱਤ ਕੌਣ ਪੂਰਦਾ। ਇਹ ਬਦਕਿਸਮਤੀ ਆ ਵੀ ਬਹੁਤ ਸਾਰੇ ਚੰਗੇ ਕੰਮ ਕਰਨ ਦੇ ਬਾਵਜੂਦ ਵੀ ਪੱਛਮੀ ਬੰਗਾਲ 'ਚ ਖੱਬੇ ਪੱਖ ਦੀ ਸਰਕਾਰ ਨੇ ਲੋਕਾਂ ਦੇ ਮਨਾਂ ਤੋਂ ਲੈ ਗਈ ਆ ਵੱਡੇ ਹਿੱਸੇ ਦੇ। ਉਹਦੇ ਕਾਰਨ ਵੱਖਰੇ ਜਾਵਾਂਗੇ, ਲੇਕਿਨ ਉਹਦਾ ਸਬਕ ਹੈ ਕਿ ਆ ਵੀ ਜਿਹੜੇ ਲੋਕੀ ਤੁਹਾਨੂੰ ਸੱਤਾ ਦੇ ਸਕਦੇ ਆ ਉਹ ਸੱਤਾ ਲੈ ਵੀ ਸਕਦੇ ਆ। ਲੋਕ ਸਭ ਤੋਂ ਵੱਡੀ ਸੁਪਰੀਮ ਚੀਜ਼ ਆ। ਇਸ ਲਈ ਦੇਸ਼ ਵਿੱਚ ਮਮਤਾ ਦਾ ਜਿੱਤਣਾ, ਉੱਥੇ ਅੰਨਾ DMK ਦਾ ਹਰਨਾ ਤੇ DMK ਦਾ ਜਿੱਤਣਾ, ਸਾਂਝੇ ਮੋਰਚੇ ਦਾ, ਕਾਂਗਰਸ ਵੀ ਨਾਲ ਆ। ਕੇਰਲਾ 'ਚ ਖਾਸ ਤੌਰ 'ਤੇ ਖੱਬੇ ਪੱਖ ਦਾ ਜਿੱਤਣਾ, ਇਹ ਤਿੰਨ ਸ਼ੁਭ ਸਗਨ ਆ ਵੀ ਜਿੱਥੇ ਲੋਕਾਂ ਨੂੰ ਥੋੜ੍ਹਾ ਜਿਹਾ ਚੰਗਾ ਕੋਈ ਬਦਲ ਮਿਲਦਾ, ਲੋਕੀ ਉੱਥੇ ਉਸ ਬਦਲ ਵੱਲ ਨੂੰ ਜਾਂਦੇ ਆ, ਲੋਕੀ ਪਛਾਣ ਨੂੰ ਨਹੀਂ ਮੁੜਦੇ ਹੈ। ਇਸ ਲਈ ਮੈਂ ਸਮਝਦਾ ਕਿ ਦੇਸ਼ ਵਿੱਚ ਜਿੱਦਾਂ ਦਾ ਇੱਕ ਮਾਹੌਲ ਚੱਲ ਰਿਹਾ, ਜੇ ਕੇਰਲਾ 'ਚ ਚੰਗਾ ਕੰਮ ਕੀਤਾ ਤੇ ਲੋਕਾਂ ਨੇ ਖੱਬੇ ਪੱਖ ਨੂੰ ਦੁਬਾਰਾ ਚੁਣ ਲਿਆ। ਜੇ ਤਾਮਿਲਨਾਡੂ 'ਚ ਪੁਰਾਣੀ ਸਰਕਾਰ ਮਾੜੀ ਸੀ, ਲੋਕਾਂ ਨੇ ਬਦਲ ਕੇ ਦਿਖਾ ਦਿੱਤੀ। ਜੇ ਬੰਗਾਲ 'ਚ ਲੋਕਾਂ ਨੂੰ ਪਤਾ ਲੱਗਾ ਵੀ ਮੋਦੀ ਫਾਸ਼ੀਵਾਦੀ ਸਰਕਾਰ ਆ ਰਹੀ ਆ, ਲੋਕਾਂ ਨੇ ਸਾਰੀ ਜ਼ੋਰ ਲਾਉਣ ਦੇ ਬਾਵਜੂਦ ਵੀ ਉਹ ਤੋਂ ਫਿਰ ਮਮਤਾ ਨੂੰ ਗੱਦੀ ਤੇ ਲੈ ਆਂਦਾ। ਇਹ ਇੱਕ ਸੋਹਣਾ ਰੁਝਾਨ ਆ ਤੇ ਲੋਕੀ ਇਹ ਨਹੀਂ ਹੈ ਵੀ ਸਰਕਾਰ ਨੂੰ ਬਦਲਦੇ ਜ਼ਰੂਰ ਆ, ਲੋਕੀ ਦੇਖਦੇ ਬਦਲਣਾ ਫਾਇਦਾ ਹੁੰਦਾ ਕਿ ਨਹੀਂ ਹੁੰਦਾ। ਤਾਂ ਮੈਂ ਇਸੇ ਗੱਲ ਦੇ ਵਿੱਚੋਂ ਕਹਿਣਾ ਵੀ ਜਿਹੜੇ ਚੋਣਾਂ ਦਾ ਰਿਜ਼ਲਟ ਵੀ ਇਹ ਆ ਤੇ ਲੋਕਾਂ ਦਾ ਰੁਝਾਨ ਵੀ ਇਹ ਆ ਵੀ ਲੋਕੀ ਮੋਦੀ ਤੋਂ ਅੱਕੇ ਹੋਏ ਆ। ਅੱਜ ਤੋਂ ਸਾਲ ਪਹਿਲਾਂ ਕੋਈ ਸੋਚਦਾ ਸੀ ਵੀ ਮੋਦੀ ਖਿਲਾਫ ਬੋਲੂਗਾ ਕੋਈ, ਲੇਕਿਨ ਹੁਣ ਮੋਦੀ ਦੇ ਆਪਣੀ ਪਾਰਟੀ ਦੇ ਬੰਦੇ ਕਹਿਣ ਲੱਗ ਪਏ ਵੀ ਸਾਡਾ ਪੱਠਾ ਬਿਠਾਲ ਦਿੱਤਾ ਤੂੰ। RSS ਦੇ ਬੰਦੇ ਕਹਿਣ ਲੱਗ ਪਏ, BJP ਦੇ ਬੰਦੇ ਕਹਿਣ ਲੱਗ ਪਏ, ਉਹਦੇ ਨਾਲ ਦੀਆਂ ਪਾਰਟੀਆਂ ਦੇ ਬੰਦੇ ਕਹਿਣ ਲੱਗ ਪਏ। ਔਰ ਦੇਸ਼ ਵਿੱਚ ਮੋਦੀ ਦੀ ਹਾਲਤ ਹੈ ਵੀ UP ਸਭ ਤੋਂ ਮਜ਼ਬੂਤ ਸੂਬਾ ਆ। ਜਿਹੜੀਆਂ ਚੋਣਾਂ ਹੋਈਆਂ ਥੱਲੇ ਦੀਆਂ ਪੰਚਾਇਤਾਂ ਦੀਆਂ, ਉਹ 'ਚ ਮੋਦੀ ਐਨ ਢਾਤਾ ਲੋਕਾਂ ਨੇ। ਇਹ ਜਿਹੜਾ ਸਾਡਾ ਸੈਂਟਰਲ ਭਾਰਤ ਆ ਤੇ ਉੱਤਰੀ ਹਿੱਸਾ ਆ, ਇਹ 'ਚ ਮੋਦੀ ਨਹੀਂ ਬਚੇਗਾ, ਮੋਦੀ ਪਾਰਟੀ ਜਾਏਗੀ। ਇਹ ਸਰ ਮੈਂ ਤਾਂ ਇਹ ਕਹਿ ਰਿਹਾ ਵੀ ਜਦੋਂ ਲੋਕਾਂ ਦਾ ਰੁਝਾਨ ਸ਼ੁਰੂ ਹੋ ਜਾਂਦਾ ਨਾ, ਤਾਂ ਫਿਰ ਇਹ ਨਾ ਸੋਚੋ ਬਹਿ ਕੇ ਵੀ ਇਹ ਸੰਭਵ ਹੈ ਕਿ ਨਹੀਂ ਹੈ। ਇਹ ਲੋਕਾਂ ਨੇ ਮਨ ਬਣਾ ਲਿਆ, ਜਦੋਂ ਲੋਕਾਂ ਨੂੰ ਮੌਕਾ ਮਿਲੇਗਾ ਉਦੋਂ ਮੋਦੀ ਸੱਤਾ 'ਤੇ ਨਹੀਂ ਰਹੇਗਾ। ਔਰ ਸੱਤਾ ਤੋਂ ਬਾਅਦ ਲੋਕੀ ਇੱਕ ਹੋਰ ਤਰ੍ਹਾਂ ਦੀ ਲੜਾਈ, ਜਿਹੜੀ ਲੜਾਈ ਦਿੱਲੀ ਦੇ ਮੋਰਚੇ ਤੋਂ ਕਿਸਾਨਾਂ ਤੋਂ ਮਿਲਦੀ ਆ, ਸਾਰੇ ਲੋਕਾਂ ਦਾ ਏਕਾ, ਹਿੰਦੂ ਮੁਸਲਮਾਨ ਸਿੱਖਾਂ ਦਾ ਏਕਾ। ਨੰਬਰ 2 ਦੇ ਉੱਤੇ ਲੀਡਰਸ਼ਿਪ ਉਹ ਆ ਜਿਹੜੀ ਪੁਰਾਣੀ ਨਹੀਂ ਹੈ, ਜਿਹੜੇ ਬੜੇ ਰਾਜਸੀ ਪਾਰਟੀਆਂ ਦੀ ਸੀ, ਇੱਕ ਨਵੀਂ ਲੀਡਰਸ਼ਿਪ ਲੋਕਾਂ 'ਚ ਉੱਭਰੀ ਆ। ਤੀਜਾ ਵੱਡੀ ਗੱਲ ਹੈ ਵੀ ਦੁਸ਼ਮਣ ਦੀਆਂ ਸਾਰੀਆਂ ਚਾਲਾਂ ਦਾ ਮੁਕਾਬਲਾ ਕਰਕੇ ਸ਼ਾਂਤਮਈ ਅੰਦੋਲਨ, ਇੰਨਾ ਅੰਦੋਲਨ ਸ਼ਾਂਤਮਈ ਭਾਰਤੀ ਇਤਿਹਾਸ ਵਿੱਚ ਕਦੀ ਨਹੀਂ ਰਿਹਾ। 6 ਮਹੀਨੇ ਹੋ ਗਏ ਦਿੱਲੀ ਦੇ ਬਾਰਡਰ 'ਤੇ ਬੈਠੇ ਆ, ਇੱਕ ਵੀ ਬੱਟਾ, ਇੱਕ ਵੀ ਡਾਂਗ ਕਿਸੇ ਨੇ ਚਲਾਈ ਨਹੀਂ ਹੈ। ਸਰਕਾਰ ਨੇ ਮਾਰੀਆਂ ਡਾਂਗਾਂ, ਗੋਲੀਆਂ ਚਲਾਈਆਂ, ਟੀਅਰ ਗੈਸ ਚਲਾਈ ਆ, ਟੋਏ ਪੱਟੇ ਆ, ਕਿੱਲ ਗੱਡੇ ਆ, ਲੇਕਿਨ ਲੋਕਾਂ ਨੇ 500 ਸਾਥੀ ਸ਼ਹੀਦ ਕਰਾ ਕੇ ਵੀ ਕਿਸਾਨਾਂ ਨੇ ਇਹ ਦੱਸ ਦਿੱਤਾ ਵੀ ਅਸੀਂ ਲੋਕ ਲੜ ਵੀ ਸਕਦੇ ਹਾਂ ਅਤੇ ਡਿਸਪਲਿਨ 'ਚ ਰਹਿ ਕੇ ਪੁਰਅਮਨ ਰਹਿ ਕੇ ਵੀ ਲੜ ਸਕਦੇ ਹਾਂ। ਔਰ ਤਾਂ ਹੀ ਹਿੰਦੁਸਤਾਨ ਦੇ ਲੋਕਾਂ ਦਾ ਇਸ ਕਿਸਾਨ ਅੰਦੋਲਨ ਪ੍ਰਤੀ ਵੀ ਹਮਦਰਦੀ ਆ ਔਰ ਇਹ ਜਿੱਤ ਵੱਲ ਨੂੰ ਵਧ ਰਿਹਾ। ਮੈਂ ਸਮਝਦਾ ਆਉਣ ਵਾਲੇ ਦਿਨਾਂ 'ਚ ਮੋਦੀ ਨੂੰ ਲਾਜ਼ਮੀ ਸੱਤਾ ਤੋਂ ਲਾਂਭੇ ਕਰਨ ਦਾ ਮਾਹੌਲ ਬਣ ਜਾਏਗਾ। ਪਾਸਲਾ ਜਿੱਦਾਂ 90-91 ਤੋਂ ਤੁਸੀਂ ਵਿਸ਼ਵ ਭਰ ਦੀਆਂ ਜਿਹੜੀਆਂ ਸਰਮਾਏਦਾਰ ਲੋਕ ਮਾਰੂ ਨੀਤੀਆਂ ਦੇ ਖਿਲਾਫ ਲੜਦੇ ਰਹੇ ਆ, ਕਹਿ ਸਕਦੇ ਹਾਂ ਕਿ ਕਿਸਾਨ ਅੰਦੋਲਨ ਜਿਹੜਾ ਆ ਉਹਦੇ ਵਿੱਚ ਜਿਹੜਾ ਤੁਹਾਡਾ ਪੁਰਾਣੀ ਮਿਹਨਤ ਆ ਉਹ ਵੀ ਰੰਗ ਲਿਆਈ ਆ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਮੈਂ ਸਮਝਦਾ ਵੀ ਸਾਡੀ ਵੀ ਮਿਹਨਤ ਰੰਗ ਲਿਆਈ ਆ ਅਤੇ ਭਾਰਤੀ ਲੋਕਾਂ ਦੀ ਮਿਹਨਤ ਵੀ ਰੰਗ ਲਿਆਈ ਆ। ਸਾਡਾ ਹਿੱਸਾ ਇਹ 'ਚ ਹੈ। ਅਸੀਂ ਆਪਣੇ ਹਿੱਸੇ 'ਤੇ ਬੜੇ ਨਿਮਰਤਾ ਸਹਿਤ ਸਾਨੂੰ ਇਸ ਗੱਲ ਦਾ ਮਾਣ ਆ, ਲੇਕਿਨ ਅਸੀਂ ਹੰਕਾਰੀ ਨਹੀਂ ਆ। ਸਾਡਾ ਹਿੱਸਾ ਜ਼ਰੂਰ ਆ, ਪਰ ਅਸੀਂ ਜਿਹੜੇ ਬਾਕੀ ਲੋਕ ਨਾਲ ਰਲੇ ਆ ਸਾਡੇ, ਅਸੀਂ ਉਹਨਾਂ ਦੇ ਵੀ ਬੜੇ ਰਿਣੀ ਆ। ਔਰ ਮੈਂ ਤੁਸੀਂ ਠੀਕ ਕਹਿ ਰਹੇ ਹੋ ਵੀ ਜਿਹੜੀ ਅਸੀਂ ਲਗਾਤਾਰ ਲੋਕਾਂ ਨੂੰ ਦੱਸਿਆ ਵੀ ਸਾਮਰਾਜ ਕੀ ਆ, ਇਹ WTO ਕੀ ਆ, ਇਹ ਕਾਨੂੰਨ ਜਿਹੜੇ ਬਣਨੇ ਆ ਜੋ ਜ਼ਮੀਨਾਂ ਖੋਹਣੀਆਂ ਤੇ ਕੀ ਹੋਣਾ ਆ, ਉਹਦਾ ਲੋਕਾਂ ਦੇ ਐਨ ਤੀਰ ਵਾਂਗਰ ਲੋਕਾਂ ਨੂੰ ਲੱਗਾ। ਔਰ ਇਸੇ ਕਰਕੇ ਇੰਨੇ ਕੂੜ ਪ੍ਰਚਾਰ ਦੇ ਬਾਵਜੂਦ ਵੀ ਕਿਸਾਨਾਂ ਦੇ ਵਿਰੋਧ ਵਿੱਚ ਲੋਕੀ ਖੜੇ ਨਹੀਂ ਹੋ ਸਕੇ। ਝੂਠਾ ਪ੍ਰਚਾਰ ਕੀਤਾ ਗਿਆ ਵੀ ਤੁਹਾਨੂੰ ਗੁੰਮਰਾਹ ਕਰਦੇ ਆ ਜੀ, ਇਹ ਤਾਂ ਕਿਸਾਨੋ ਤੁਹਾਡੀਆਂ ਜ਼ਮੀਨਾਂ ਅਸੀਂ ਤੁਹਾਨੂੰ ਦੇਣੀਆਂ ਸੀ, ਪਿੰਡ ਦੇ ਖੇਤ ਮਜ਼ਦੂਰੋ ਤੁਸੀਂ ਸਾਡੇ ਨਾਲ ਆਵੋ। ਲੇਕਿਨ ਲੋਕਾਂ ਨੇ ਕਿਹਾ ਨਹੀਂ, ਤੁਸੀਂ ਬਕਵਾਸ ਕਰਦੇ ਹੋ, ਤੁਸੀਂ ਸਾਡੀਆਂ ਜ਼ਮੀਨਾਂ ਲੈ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣੀਆਂ ਚਾਹੁੰਦੇ ਹੋ। ਅਤੇ ਮੈਂ ਸਮਝਦਾ ਕਿ ਜਿਹੜੀ ਇਹ ਪਿਛਲੇ ਦਿਨਾਂ 'ਚ ਇਤਿਹਾਸ 'ਚ ਤੁਸੀਂ ਕੋਈ ਆਪਣੇ ਦਿਨਾਂ ਦੀ ਕੰਟਰੀਬਿਊਸ਼ਨ ਜਾਂ ਸਾਲਾਂ ਦੀ ਗਿਣ ਨਹੀਂ ਸਕਦੇ, ਪਰ ਹਿੱਸਾ ਉਹ 'ਚ ਪੈਂਦਾ ਆ। ਮੈਂ ਸਮਝਦਾ ਕਿ ਜਿੱਦਾਂ ਤੁਸੀਂ ਇੱਕ ਬੱਚੇ ਦੀ
1 ਘੰਟੇ ਦੀ ਉਮਰ ਵਿੱਚ ਉਹ ਕਿੰਨਾ ਵਧਿਆ ਇਹਦੀ ਗਿਣਤੀ ਨਹੀਂ ਕਰ ਸਕਦੇ ਉਹ। ਇਹਦਾ ਕੇਵਲ ਇਤਿਹਾਸ ਵਿੱਚ ਲੋਕਾਂ ਦਾ ਹਿੱਸਾ ਬਹੁਤ ਹੁੰਦਾ, ਪਰ ਹੌਲੀ ਹੌਲੀ ਵੱਧਦਾ। ਮੈਂ ਸਮਝਦਾ ਕਿ ਇਹ 'ਚ ਸਾਰਿਆਂ ਦਾ ਹਿੱਸਾ ਆ। ਅਸੀਂ ਵੀ ਇਹ 'ਚ ਹਿੱਸਾ ਜਿੰਨਾ ਕੁ ਪਾਇਆ, ਅਸੀਂ ਵੀ ਜ਼ਰੂਰ ਔਰ ਨਿਮਰਤਾ ਨਾਲ ਉਹਦੇ 'ਤੇ ਸਾਨੂੰ ਮਾਣ ਵੀ ਆ, ਅਸੀਂ ਹੋਰ ਪਾਉਣਾ ਚਾਹੁੰਦੇ ਹਾਂ ਤਾਂ ਕਿ ਲਹਿਰ ਵੱਡੀ ਬਣੇ। ਇਹ ਗੁਰੂ ਨਾਨਕ ਨਾਮ ਲੇਵਾ ਸੰਗਤ ਵਿਸ਼ਵ ਭਰ ਵਿੱਚ ਜਿਹੜਾ ਇਸ ਅੰਦੋਲਨ ਨੂੰ ਮਦਦ ਕਰਦੀ ਹੈ, ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਬਸ ਇਹੀ ਮਹਾਨਤਾ ਇਸ ਅੰਦੋਲਨ ਦੀ ਇਹ ਆ, ਇਹ ਨਾਨਕ ਦੀ ਫਿਲਾਸਫੀ ਦੇ ਆਧਾਰਿਤ ਅੰਦੋਲਨ ਆ ਜੀ। ਇਹ ਗੁਰੂ ਗੋਬਿੰਦ ਸਿੰਘ ਤੇ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਤੋਂ ਸਿੱਖਿਆ ਲੈ ਕੇ ਚੱਲਿਆ ਅੰਦੋਲਨ ਆ ਜੀ। ਇਹ ਗਦਰੀ ਬਾਬਿਆਂ ਤੇ ਭਗਤ ਸਿੰਘ ਦੇ ਵਿਚਾਰਾਂ ਨੂੰ ਅਮਲ 'ਚ ਲਿਆ ਕੇ ਇੱਥੇ ਇੱਕ ਸਾਂਝੀਵਾਲਤਾ ਦਾ ਰਾਜ ਲਿਆਉਣ ਦਾ ਅੰਦੋਲਨ ਆ ਜੀ। ਇਹ ਸਾਰੀਆਂ ਗੱਲਾਂ ਇੱਕ ਨਵੀਂ ਕਿਸਮ ਦੀ ਜਿਹੜਾ ਵੇਗ ਪੈਦਾ ਕੀਤਾ ਇਹ ਲਹਿਰ 'ਚ, ਮੈਂ ਸਮਝਦਾ ਉਹ ਮਾਣ ਮੱਤਾ ਆ ਜੀ। ਜੇ ਲੋਕੀ ਸਾਰਾ ਆਪਣੇ ਬੱਚਿਆਂ ਦੀ ਰੋਟੀ ਖੋਹ ਕੇ ਵੀ ਲੰਗਰ ਲਾ ਰਿਹਾ ਸਾਂਝਾ, ਇਹ 'ਚ ਕਿਤੇ ਨਾਨਕ ਦਾ ਫਲਸਫਾ ਕੰਮ ਕਰ ਰਿਹਾ ਜੀ। ਉਹਨਾਂ ਦਾ ਸਾਂਝੀਵਾਲਤਾ ਦਾ, ਉਹਨਾਂ ਦਾ ਗਰੀਬ ਗੁਰਬੇ ਲਈ ਖੜਨ ਦਾ, ਉਹਨਾਂ ਲਈ ਰਾਜਿਆਂ ਨੂੰ ਸ਼ੀਂਹ ਤੇ ਉਹਦੇ ਮੁਕੱਦਮਾਂ ਨੂੰ ਕੁੱਤੇ ਕਹਿਣ ਦਾ, ਜ਼ੁਲਮ ਦੇ ਖਿਲਾਫ ਲੜਨ ਦਾ, ਨਿਮਰਤਾ ਰੱਖਣ ਦਾ, ਇਹ ਸਾਰੀਆਂ ਸਿੱਖਿਆਵਾਂ ਗੁਰੂ ਨਾਨਕ ਦੇਵ ਜੀ ਦੀਆਂ ਇਸ ਅੰਦੋਲਨ ਵਿੱਚ ਦਿਸਦੀਆਂ ਲੋਕਾਂ ਨੂੰ। ਔਰ ਇਸ ਅੰਦੋਲਨ 'ਚ ਫਿਰ ਮੈਂ ਇਹੀ ਕਹਿੰਦਾ ਵੀ ਜਿਹੜਾ ਸੀ ਮੋਦੀ ਚਾਹੁੰਦਾ ਸੀ ਹਿੰਦੂ ਮੁਸਲਮਾਨਾਂ ਦਾ ਪਾੜਾ ਪੈ ਜਾ, ਲੇਕਿਨ ਲੋਕਾਂ ਨੇ ਸਿੱਧ ਕਰਤਾ ਨਾ, ਹਿੰਦੂ ਵੀ ਬੈਠੇ ਆ, ਸਿੱਖ ਵੀ ਬੈਠੇ ਆ, ਹਰਿਆਣਵੀ ਵੀ ਬੈਠੇ ਆ, ਅਸੀਂ ਵੀ ਬੈਠੇ ਆ। ਹੁਣ ਅਖੀਰਲਾ ਦਿਨ ਜਿਹੜਾ ਸਭ ਤੋਂ ਮਾੜਾ ਕੰਮ ਕੀਤਾ ਮੋਦੀ ਨੇ, ਕਦੀ ਮਾਫ ਨਹੀਂ ਇਤਿਹਾਸ ਕਰੇਗਾ, ਮਲੇਰਕੋਟਲਾ ਜ਼ਿਲ੍ਹਾ ਬਣਾਤਾ ਗਿਆ। ਬਿਲਕੁਲ ਕੋਈ ਜੇ ਇਹਦੇ 'ਤੇ ਇਹ ਕਹਿੰਦਾ ਵੀ ਮਲੇਰਕੋਟਲਾ ਜ਼ਿਲ੍ਹਾ ਛੋਟਾ ਬਣਨਾ ਜੀ ਸਰਕਾਰ ਦਾ ਭਾਰ ਪਊਗਾ, ਸ਼ਾਇਦ ਕੋਈ ਗੱਲ ਸਮਝ ਵੀ ਲੱਗਦੀ ਵੀ ਯਾਰ ਜ਼ਿਲ੍ਹੇ ਛੋਟੇ ਕਿਉਂ ਬਣਾਉਂਦੇ ਹੋ। ਪਰ ਇਸ ਕਰਕੇ ਵਿਰੋਧ ਕੀਤਾ ਜੋਗੀ ਨੇ ਕਿ ਮੁਸਲਮਾਨਾਂ ਦੀ ਆਬਾਦੀ ਉੱਥੇ ਬਹੁਤੀ ਆ, ਇਹ ਤਾਂ ਜੀ ਮੁਸਲਮਾਨਾਂ ਨੂੰ ਤੁਸੀਂ ਸ਼ਾਬਾਸ਼ ਹੱਲਾਸ਼ੇਰੀ ਦੇ ਰਹੇ ਹੋ ਜੀ। ਇਹੀ ਜੋਗੀ ਤੇ ਮੋਦੀ ਸਰਕਾਰ ਸਟੇਸ਼ਨਾਂ ਦੇ ਨਾਮ ਬਦਲ ਰਹੀ ਆ ਜਿਹੜੇ ਮੁਸਲਮਾਨਾਂ ਦੇ ਨਾਂ 'ਤੇ ਸਨ ਜੀ, ਸੜਕਾਂ ਦੇ ਨਾਮ ਬਦਲ ਰਹੀ ਆ, ਸ਼ਹਿਰਾਂ ਦੇ ਨਾਮ ਬਦਲ ਰਹੀ ਆ ਜੀ। ਇੱਥੇ ਬਦਲਿਆ ਕੁਛ ਨਹੀਂ ਹੈ, ਇੱਕ ਉਸ ਇਤਿਹਾਸਕ ਜਗ੍ਹਾ ਨਾਲ ਜ਼ਿਲ੍ਹਾ ਬਣਾਇਆ। ਇਹਨਾਂ ਦੇ ਜਿਵੇਂ ਅੱਗ ਲੱਗ ਜਾਂਦੀ ਨਾ, ਇਹ ਆ ਫਿਰਕੂ ਜ਼ਹਿਰ ਜਿਹੜੀ ਇਹਨਾਂ ਲੋਕਾਂ 'ਚ ਭਰੀ ਹੋਈ ਆ। ਇਹ ਮਲੇਰਕੋਟਲਾ ਉਹ ਸ਼ਹਿਰ ਆ, ਠੀਕ ਆ, ਲੋਕਾਂ ਨੇ ਵੀ ਤੈਨੂੰ ਨਹੀਂ ਅਹਿਸਾਸ ਹੋ ਸਕਦਾ ਜੋਗੀ, ਜਿੱਦਣ ਗੁਰੂ ਗੋਬਿੰਦ ਸਿੰਘ ਦੇ ਬੱਚੇ ਨੀਹਾਂ ਵਿੱਚ ਚਿਣੇ ਗਏ ਸਨ ਨਾ, ਇਸੇ ਨਵਾਬ ਮਲੇਰਕੋਟਲੇ ਦੇ ਨੇ ਹਰਾ ਨਾਰਾ ਮਾਰਿਆ ਸੀ ਜੀ। ਮੈਂ ਸਿਰਫ ਇਹ ਜਿਹੜਾ ਅੰਦੋਲਨ ਸਾਡਾ ਚੱਲਿਆ ਨਾ, ਇਹਨੇ ਫਿਰ ਸਿੱਧ ਕਰ ਦਿੱਤਾ ਵੀ ਫਿਰਕੂ ਲੋਕ ਜਿੰਨਾ ਮਰਜ਼ੀ ਜ਼ਹਿਰ ਘੋਲ ਲੈਣ, ਲੋਕਾਂ ਦੀ ਏਕਤਾ, ਲੋਕਾਂ ਦਾ ਆਪਸੀ ਮੁਹੱਬਤ ਕਾਇਮ ਆ। ਇਹਦੇ ਪਿੱਛੇ ਸਾਡੀ ਗੁਰਬਾਣੀ ਦਾ ਬਹੁਤ ਵੱਡਾ ਰੋਲ ਆ, ਸਾਡੇ ਦੇਸ਼ ਭਗਤਾਂ ਦਾ, ਗਦਰੀ ਬਾਬਿਆਂ ਦਾ ਬਹੁਤ ਰੋਲ ਆ, ਔਰ ਜਿਹੜੀ ਕਮਿਊਨਿਸਟਾਂ ਨੇ ਰੋਲ ਅਦਾ ਕੀਤਾ ਵੀ ਲੋਕਾਂ ਨੂੰ ਇੱਕ ਕਰਨ ਦਾ, ਵੀ ਅਸੀਂ ਸਾਰੇ ਲੋਕਾਂ ਨੂੰ ਇੱਕ ਕਰਕੇ ਲੜਨਾ ਚਾਹੁੰਦੇ ਹਾਂ। ਇਹ ਸਾਰੇ ਗੱਲਾਂ ਦਾ ਸੁਮੇਲ ਆ, ਇਹ ਲੱਗਦਾ ਜਿੱਤ ਦੀ ਗਰੰਟੀ ਹੈ। ਪਾਤਸ਼ਾਹ ਜੀ, ਜਿਸ ਤਰ੍ਹਾਂ ਇਸ ਦੇਸ਼ ਦੇ ਵਿੱਚ ਪਹਿਲਾਂ ਕਾਂਗਰਸ ਹੁਣ ਬੀਜੇਪੀ ਆਪਣੇ ਆਪ ਨੂੰ ਦੇਸ਼ ਭਗਤ ਅਖਵਾਉਂਦੀ ਹੈ, ਦੂਸਰਿਆਂ ਨੂੰ ਜਿਹੜਾ ਆ ਦੇਸ਼ ਵਿਰੋਧੀ ਮੰਨਦੀ ਆ, ਇਸੇ ਤਰ੍ਹਾਂ ਕਮਿਊਨਿਸਟ ਵੀ ਆਪਣੇ ਆਪ ਨੂੰ ਹਮੇਸ਼ਾ ਦੇਸ਼ ਭਗਤ ਕਹਾਉਂਦੇ ਆ। ਕਿਸਾਨ ਮੋਰਚੇ ਦੇ ਵਿੱਚ ਹਰ ਵਿਅਕਤੀ ਜਿਹੜਾ ਸ਼ਾਮਲ ਹੈ ਉਹ ਮੋਰਚੇ ਦਾ ਹਿੱਸਾ ਹੈ। ਤਾਂ 26 ਤੋਂ ਬਾਅਦ ਜਿਸ ਤਰ੍ਹਾਂ ਕਿਸੇ ਨੂੰ ਵੀ ਜਿਹੜਾ ਗਦਾਰ ਉੱਥੇ ਦੀ ਸਟੇਜ ਤੋਂ ਐਲਾਨਿਆ, ਉਹ ਸ਼ਬਦ ਠੀਕ ਲੱਗਾ ਤੁਹਾਨੂੰ? ਸ਼ਬਦ ਠੀਕ ਜਾਂ ਗਲਤ ਦਾ ਨਹੀਂ, ਮਸਲਾ ਦੋ ਗੱਲਾਂ ਆ ਜੀ। ਇਸ ਅੰਦੋਲਨ ਨੂੰ ਤੋੜਨ ਲਈ ਬਹੁਤ ਪਾਸਿਆਂ ਤੋਂ ਯਤਨ ਹੋ ਰਿਹਾ ਜੀ। ਯਤਨ ਸਰਕਾਰ ਵੱਲੋਂ ਹੋ ਰਿਹਾ, ਇੱਕ ਮੋਦੀ ਵੱਲੋਂ ਜੀ। ਉਹ ਇਸ ਅੰਦੋਲਨ ਨੂੰ, ਇਹ ਗੁੰਮਰਾਹ ਹੋਏ ਕਿਸਾਨਾਂ ਦਾ ਅੰਦੋਲਨ ਆ, ਇਹ ਮਾਓਵਾਦੀਆਂ ਦਾ ਆ, ਇਹ ਕਮਿਊਨਿਸਟਾਂ ਦਾ ਆ, ਇਹ ਵਿਦੇਸ਼ਾਂ ਤੋਂ ਪੈਸੇ ਲੈ ਕੇ ਚੱਲ ਰਿਹਾ। ਇਹ ਅੰਦੋਲਨ ਜਿਹੜਾ ਆ ਉਹ ਪਾਕਿਸਤਾਨ ਤੇ ਚੀਨ ਦੀ ਮਦਦ ਨਾਲ ਚੱਲ ਰਿਹਾ। ਉਹਨੇ ਦੁਨੀਆ ਭਰ ਦੇ ਖਾਲਿਸਤਾਨੀਆਂ ਦਾ ਆ ਬਹੁਤ ਇਲਜ਼ਾਮ ਲਾਏ। ਉਸ ਇਲਜ਼ਾਮਾਂ ਦਾ ਕੋਈ ਅੰਦੋਲਨ 'ਤੇ ਅਸਰ ਨਹੀਂ ਪਿਆ। ਲੋਕਾਂ ਨੂੰ ਸਮਝ ਲੱਗਦੀ ਸੀ ਵੀ ਅਸੀਂ ਕਿਸਾਨ ਲੜ ਰਹੇ ਹਾਂ। ਜਦੋਂ ਇਹ ਚਾਲ ਨਹੀਂ ਚੱਲੀ ਉਹਦੀ, ਤੇ ਉਹਨੇ ਫਿਰ ਇਹਦੇ ਵਿੱਚ ਇੱਕ ਨਵਾਂ ਹੋਰ ਪੈਂਤਰਾ ਸ਼ੁਰੂ ਕਰ ਦਿੱਤਾ ਬਹਿ ਕੇ। ਉਹ ਪੈਂਤਰਾ ਹੀ ਸ਼ੁਰੂ ਕਰਤਾ ਬਹਿ ਕੇ, ਨਹੀਂ ਇਹ ਤਾਂ ਜੀ ਮਤਲਬ ਜਿਹੜਾ ਅੰਦੋਲਨ ਆ ਉਹ ਸਿੱਖਾਂ ਦਾ ਅੰਦੋਲਨ ਆ, ਕਈਆਂ ਵਿੱਚ ਕਹਿਣਾ ਸ਼ੁਰੂ ਕਰਤਾ। ਇਹ ਕਮਿਊਨਿਸਟ ਦਾ ਅੰਦੋਲਨ ਨੂੰ ਲੈ ਚੱਲੇ ਆ। ਬਹੁਤ ਸੰਸਾਰ ਪੱਧਰ ਦੇ ਉੱਤੇ ਇਹ ਲੜਾਈ ਨੂੰ ਇੱਦਾਂ ਬਣਾਤਾ ਜਿਵੇਂ ਕਮਿਊਨਿਸਟਾਂ ਅਤੇ ਸਿੱਖਾਂ ਦੀ ਲੜਾਈ ਆ। ਅਸਲ 'ਚ ਕਮਿਊਨਿਸਟਾਂ ਅਤੇ ਸਿੱਖਾਂ ਦੀ ਸਾਂਝੀ ਜੱਦੋ ਜਹਿਦ ਆ ਅਸੂਲਾਂ ਦੇ ਆਧਾਰ ਦੇ ਉੱਤੇ। ਇਹਦੇ 'ਚ ਇਹ ਪਾੜਾ ਨਹੀਂ ਹੈ ਕੋਈ। ਤੀਜੀ ਗੱਲ ਜਿਹੜੀ 26 ਜਨਵਰੀ ਨੂੰ ਘਟਨਾ ਵਾਪਰੀ ਆ, ਇਸ ਅੰਦੋਲਨ ਨੂੰ ਤਬਾਹ ਕਰਨ ਦਾ ਕੋਈ ਵੀ ਤਰੀਕਾ ਆ ਵੀ ਤੁਸੀਂ ਆਪਣੀ ਲੀਡਰਸ਼ਿਪ ਤੋਂ ਪਾਸੇ ਹੋ ਕੇ ਉਹ ਕਾਰਾ ਕਰਦੇ ਹੋ ਜਿਹੜਾ ਕਾਰਾ ਦੁਸ਼ਮਣ ਦੇ ਹੱਥਾਂ 'ਚ ਖੇਡਣ ਵਾਲੀ ਗੱਲ ਆ। ਜਿੱਦਣ ਅੰਦੋਲਨ ਇਹ ਹਿੰਸਾਵਾਦੀ ਬਣ ਗਿਆ, ਉਦਣ ਹੀ ਅੰਦੋਲਨ ਦਾ ਭੋਗ ਪੈ ਜਾਣਾ। ਇਹ ਇਤਿਹਾਸ ਲਿਖ ਲਓ ਕਿਤੇ, ਲੰਮਾ ਸਮਾਂ ਇਤਿਹਾਸ ਲੜੇ ਆ। ਆਜ਼ਾਦੀ ਦੀ ਲੜਾਈ 200 ਸਾਲ ਚੱਲੀ ਆ। ਇਸੇ ਤਰ੍ਹਾਂ ਜਿਹੜਾ ਗੁਰਦੁਆਰਾ ਸੁਧਾਰ ਲੈ ਰਿਹਾ ਉਹ ਸਾਲਾਂ ਬੱਧੀ ਚੱਲੀ ਆ, ਦਹਾਕਿਆਂ ਬੱਧੀ। ਜਿੱਦਣ ਅੰਦੋਲਨ ਇਹ ਹਿੰਸਕ ਹੋ ਗਿਆ ਸ਼ਰਾਰਤੀ ਲੋਕਾਂ ਕਰਕੇ,
ਸ਼ਰਾਰਤੀ ਲੋਕ ਹਿੰਸਾ ਕਰ ਸਕਦੇ, ਇੱਟ ਮਾਰੂਗਾ ਚੱਕ ਕੇ, 4 ਬੰਦਿਆਂ ਦੇ ਸੱਟ ਲੱਗ ਜੂਗੀ, ਮੋਰੇ ਗੋਲੀ ਚੱਲ ਜਾਏਗੀ। 26 ਤਰੀਕ ਨੂੰ ਜੋ ਕਾਰਾ ਕੀਤਾ ਉਹ ਇੱਕ ਸਾਜ਼ਿਸ਼ ਤੀਨ ਕੀਤਾ ਗਿਆ ਵੀ ਕਿਸੇ ਢੰਗ ਨਾਲ ਅੰਦੋਲਨ ਆਪਣੇ ਰਾਹ ਤੋਂ ਥਿੜਕ ਜਾਵੇ। ਲੀਡਰਸ਼ਿਪ ਕਹਿੰਦੀ ਐ ਨੂੰ ਜਾਣਾ, ਚੰਦ ਬੰਦੇ ਗਿਣਤੀ ਕਹਿੰਦੇ ਨਹੀਂ ਜੀ ਉੱਧਰ ਜਾਣਾ, ਉੱਥੇ ਨੂੰ ਲਾਲ ਕਿਲੇ ਵੱਲ ਨੂੰ ਜਾਣਾ। ਇਹ ਟੋਟਲੀ ਅਨਾਰਕੀ ਆ, ਇਹ ਸਰਕਾਰ ਦੀ ਸਾਜ਼ਿਸ਼ ਸੀ, ਸਿੱਧ ਹੋ ਗਈ ਗੱਲ ਇਹ। ਮਤਲਬ ਨਹੀਂ ਤਾਂ ਪੁਲਿਸ ਵਾਲੇ ਦੱਸਣ ਜਾ ਕੇ ਲੋਕਾਂ ਨੂੰ ਐਂ ਦੀ ਜਾਓ ਤੁਸੀਂ, ਚਾਹੀਦਾ ਤੇ ਪੁਲਿਸ ਨੂੰ ਕਹਿਣਾ ਸੀ ਵੀ ਨਹੀਂ ਵੀ ਇੱਧਰ ਨਾ ਜਾਇਓ, ਇਹਨੂੰ ਜਾਓ ਤੁਸੀਂ, ਜਿਹੜਾ ਰਾਹ ਅਸੀਂ ਨੀਅਤ ਕੀਤਾ ਸੀ। ਤਾਂ ਉਹਨੇ, ਲੇਕਿਨ ਖੁਸ਼ੀ ਦੀ ਗੱਲ ਇਹ ਆ ਵੀ ਕਿਸਾਨ ਜਥੇਬੰਦੀਆਂ ਨੇ ਮੌਕਾ ਸੰਭਾਲ ਲਿਆ। ਰਾਤ ਨੂੰ ਡਰਾ ਕੇ ਉਹ ਬਾਰਡਰਾਂ ਨੂੰ ਖਾਲੀ ਕਰਾਉਣਾ ਚਾਹੁੰਦੇ ਸੀ, ਔਰ ਖਾਸ ਤੌਰ 'ਤੇ ਸਿੱਖਾਂ ਦਾ ਕਤਲੇਆਮ ਕਰਨਾ ਚਾਹੁੰਦੇ ਸੀ ਦੁਬਾਰਾ, ਕਿਉਂਕਿ ਜਿਹੜਾ ਯੂਪੀ ਦੇ ਸਿੱਖ ਇਕੱਠੇ ਹੋ ਕੇ ਆਏ ਸੀ ਉੱਥੇ, ਉਸ ਬਾਰਡਰ ਤੋਂ ਉਹ ਪਾਸੇ ਕਰਨਾ ਚਾਹੁੰਦੇ ਸੀ। ਇਹ ਤਾਂ ਰਾਤ ਨੂੰ ਸੰਭਲੇ, ਸਵੇਰੇ ਕਿਸਾਨਾਂ ਜਥੇਬੰਦੀਆਂ ਇਕੱਠੇ ਹੋ ਕੇ ਕਹਿ ਦਿੱਤਾ ਵੀ ਅਸੀਂ ਇੱਕ ਮੁੱਠ ਹਾਂ, ਜਿਹਨੇ ਇਹ ਕਾਰਾ ਕੀਤਾ ਉਹਨੂੰ ਸ਼ਬਦ ਕੋਈ ਮਰਜ਼ੀ ਵਰਤ ਲਓ, ਉਹ ਸਾਡਾ ਮਿੱਤਰ ਨਹੀਂ ਹੈ। ਜਿਹੜਾ ਇਸ ਅੰਦੋਲਨ ਨੂੰ ਸਰਕਾਰ ਦੇ ਹੱਥਾਂ 'ਚ ਬਣਾਉਣਾ ਚਾਹੁੰਦਾ ਤੇ ਜ਼ੁਲਮ ਕਰਾ ਕੇ, ਜ਼ਬਰ ਕਰਾ ਕੇ, ਬਹਾਨਾ ਦੇ ਕੇ ਉਹਨਾਂ ਨੂੰ ਤੇ ਸਾਨੂੰ ਇੱਥੋਂ ਨਖੇੜਨਾ ਚਾਹੁੰਦਾ ਆ ਬਾਰਡਰਾਂ ਤੋਂ, ਉਹ ਸਾਡਾ ਮਿੱਤਰ ਕਿੱਦਾਂ ਹੋ ਸਕਦਾ। ਤਾਂ ਮੈਂ ਸਮਝਦਾ ਕਿ ਸ਼ਬਦਾਂ ਦਾ ਮਸਲਾ ਨਹੀਂ, ਜਿਹਨੇ ਵੀ ਕੰਮ ਕੀਤਾ, ਕਦੀ ਫਿਲਮ ਐਕਟਰਾਂ ਦੇ ਨਾਂ 'ਤੇ ਕੀਤਾ, ਨੌਜਵਾਨ ਵੀ ਬੜੇ ਇਕੱਠੇ ਹੋ ਗਏ ਆ, ਜਿਹੜੇ ਨੌਜਵਾਨ ਹੁਣ ਬੈਠੇ ਉੱਥੇ ਬੈਠੇ ਆ, ਉਹ ਕਿਤੇ ਬਾਹਰਲੇ ਦੇਸ਼ਾਂ ਦੇ ਨੌਜਵਾਨ ਤੇ ਬੁੱਢਿਆਂ ਦਾ ਮਸਲਾ ਨਹੀਂ ਹੈ। ਇਹ 'ਚ ਮਸਲਾ ਇਹ ਆ ਵੀ ਤੁਸੀਂ ਅੰਦੋਲਨ ਡਿਸਿਪਲਿਨ 'ਚ ਰਹਿ ਕੇ, ਸ਼ਾਂਤਮਈ ਢੰਗ ਨਾਲ ਰਹਿ ਕੇ, ਇੱਕ ਸੁਰਤਾ ਨਾਲ ਚਲਾਉਣਾ, ਕਿ ਜਾਂ ਜਿਹਦਾ ਜੀ ਕਰਦਾ ਬਹਿ ਕੇ ਜੀ ਮੈਂ ਤਾਂ 2 ਇੱਟਾਂ ਇੱਧਰ ਮਾਰ ਦੇਣੀਆਂ, ਮੈਂ ਤਾਂ ਜੀ ਲਾਲ ਕਿਲੇ ਕਬਜ਼ਾ ਕਰਨਾ ਜਾ ਕੇ, ਇਹ ਅੰਦੋਲਨ ਬਖੇਰਨ ਵਾਲੀ ਗੱਲ ਹੋਏਗੀ। ਮੈਂ ਸਮਝਦਾ ਕਿ ਕਿਸਾਨ ਲੀਡਰਸ਼ਿਪ ਵਧਾਈ ਦੀ ਪਾਤਰ ਆ, ਉਹਨਾਂ ਨੇ ਮੌਕੇ 'ਤੇ ਆਪਣੀ ਏਕਤਾ ਵੀ ਮਜ਼ਬੂਤ ਕੀਤੀ ਆ। ਇਸੇ ਕਰਕੇ 26 ਤੋਂ ਬਾਅਦ ਅੰਦੋਲਨ ਦੇ ਵਿੱਚ ਕੁਆਲੀਟੇਟਿਵਲੀ, ਗੁਣਾਤਮਕ ਤੌਰ 'ਤੇ ਗੰਭੀਰਤਾ ਵਧੇਰੇ ਆ ਗਈ ਆ। ਜਿਹੜੀ ਪਹਿਲਾਂ ਸੀ ਸ਼ੁਰੂਆਤੀ ਬਈ ਚਲੋ ਜਿਹੜਾ ਮਰਜ਼ੀ ਗੇੜਾ ਮਾਰੋ ਜੀ, ਹਾਸਾ ਮਖੌਲ ਵੀ ਕਰੋ, ਇੱਕ ਦਿੱਲੀ ਪਿਕਨਿਕ ਸਪੌਟ ਬਣਾ ਲਿਆ ਕਈਆਂ ਨੇ, ਲੇਕਿਨ 26 ਦੀਆਂ ਘਟਨਾਵਾਂ ਤੋਂ ਬਾਅਦ ਹੁਣ ਲੋਕੀ ਗੰਭੀਰਤਾ ਨਾਲ ਸੋਚਦੇ ਆ ਵੀ ਇਸ ਅੰਦੋਲਨ ਨੂੰ ਕਾਮਯਾਬ ਕਿੱਦਾਂ ਕਰਨਾ, ਤਾਂ ਕਿ ਕਿਸੇ ਸਾਜ਼ਿਸ਼ ਦਾ, ਸਰਕਾਰ ਦਾ ਉਹ ਕਾਮਯਾਬੀ ਨਾ ਮਿਲੇ, ਸਾਡਾ ਅੰਦੋਲਨ ਪੁਰਅਮਨ ਰਹਿ ਕੇ ਇਹ ਕਾਮਯਾਬੀ ਮਿਲੇ। ਔਰ ਇਹਦੀ ਹਮਾਇਤ ਦੇਸ਼ ਭਰ ਦੇ ਲੋਕਾਂ ਤੋਂ ਮਿਲ ਰਹੀ ਆ। ਜੇ ਨਾ 26 ਨੂੰ ਸੰਭਲਦੇ ਇਹ ਤੇ ਦੇਸ਼ ਸਾਰੇ ਵਿੱਚੋਂ ਸਾਡਾ ਇਸ ਅੰਦੋਲਨ ਦੇ ਖਿਲਾਫ ਆਵਾਜ਼ਾਂ ਉੱਠਦੀਆਂ, ਸਰਕਾਰ ਦੀ ਸਾਜ਼ਿਸ਼ ਕਾਮਯਾਬ ਹੋ ਜਾਂਦੀ। ਇਸ ਲਈ ਮੈਂ ਲੀਡਰਸ਼ਿਪ ਨੂੰ, ਕਿਸਾਨਾਂ ਦੀ ਨੂੰ ਵਧਾਈ ਵੀ ਦੇਣਾ ਚਾਹੁੰਦਾ। ਉਹਨਾਂ ਨੇ ਬਹੁਤ ਹੀ ਚੰਗਾ ਸੰਜੀਦਾ ਰੋਲ ਅਦਾ ਕੀਤਾ, ਔਰ ਜਮਹੂਰੀ ਕਿਸਾਨ ਸਭਾ ਦਾ ਰੋਲ, ਪ੍ਰਧਾਨ ਸਾਡੇ ਸਤਨਾਮ ਸਿੰਘ ਅਜਨਾਲਾ ਜੀ ਆ, ਕੁਲਵੰਤ ਸਿੰਘ ਸੰਧੂ ਜੀ ਆ, ਉਹਨਾਂ ਦਾ ਵੀ ਬਹੁਤ ਵੱਡਾ ਰੋਲ, ਬਾਕੀ ਜਥੇਬੰਦੀਆਂ ਦਾ ਵੀ ਰਲ ਕੇ ਮੈਂ ਕਹਿੰਦਾ ਵੀ ਇਹਨਾਂ ਨੇ ਮੌਕਾ ਸੰਭਾਲਿਆ। ਪਾਤਲਾ ਜੀ, ਇਸ ਅੰਦੋਲਨ ਦੌਰਾਨ ਜਿੰਨੇ ਵੀ ਜਿਹੜੇ ਲੋਕ ਆ ਉਹ ਪੁਲਿਸ ਜ਼ਬਰ ਦਾ ਜਿਹੜਾ ਸਾਹਮਣਾ ਕਰ ਰਹੇ ਆ, ਉਹਨਾਂ ਨੂੰ ਇਸ ਮੌਕੇ 'ਤੇ ਕੀ ਕਹਿਣਾ ਚਾਹੁੰਦੇ? ਦੇਖੋ ਗੱਲ ਇਹ ਹੈ ਕਿ ਇਹ ਤਾਂ ਸਿੱਧ ਹੋ ਗਈ ਗੱਲ ਬਈ ਇਹ ਸਰਕਾਰ ਜ਼ਾਲਮਾਂ ਦੀ ਆ, ਇਹਨਾਂ ਨੂੰ ਲੋਕਾਂ ਨਾਲ ਹਿੱਤਾਂ ਨਾਲ ਕੋਈ ਨਹੀਂ ਹੈ, ਨਾਲੇ ਲੋਕਾਂ ਨੂੰ ਭੁੱਖੇ ਮਾਰਦੇ ਆ, ਨਾਲੇ ਕਟਾਪਾ ਚਾੜਦੇ ਆ। ਇਸ ਲਈ ਉਹਦਾ ਇੱਕੋ ਇੱਕ ਹੱਲ ਇਹ ਆ ਜੋ ਸਾਨੂੰ ਦਿੱਲੀ ਅੰਦੋਲਨ ਨੇ ਦੱਸਿਆ, ਇਕੱਠੇ ਹੋਇਆ ਜਾਵੇ, ਇਕੱਠੇ ਹੋ ਕੇ ਜ਼ੁਲਮ ਦਾ ਟਾਕਰਾ ਕੀਤਾ ਜਾਵੇ। ਲੋਕਾਂ ਦੀ ਤਾਕਤ ਸਾਹਮਣੇ ਕੋਈ ਨਹੀਂ ਅੜਦਾ। ਇਹ ਸੰਸਾਰ ਦਾ ਇੱਕ ਫਲਸਤੀਨ ਦੀਆਂ ਕੱਲ੍ਹ ਦੀਆਂ ਕਹਾਣੀਆਂ ਆ, ਦੁਨੀਆ ਭਰ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ, ਇਜ਼ਰਾਈਲ ਦੇ ਪਿੱਛੇ ਖੜਾ ਸਾਮਰਾਜ ਹੀ ਖੜੇ ਆ, ਲੇਕਿਨ ਅਖੀਰ ਲਿਆ ਕੇ ਉਹਨਾਂ ਨੂੰ ਕਹਿਣਾ ਪਏ ਅਸੀਂ ਸਮਝੌਤਾ ਕਰਦੇ ਹਾਂ, ਨਹੀਂ ਉਹ ਕੱਚਾ ਖਾ ਜਾਂਦੇ ਉਹਨਾਂ ਨੂੰ। ਇਹ ਠੀਕ ਆ, ਉਹਨਾਂ ਦੇ 200 ਸ਼ਹੀਦ ਹੋ ਗਏ ਆ ਫਲਸਤੀਨ, 80,000 ਬੰਦੇ ਬੇਘਰ ਹੋ ਗਏ, ਨੁਕਸਾਨ ਬਹੁਤ ਹੋ ਗਿਆ, ਲੇਕਿਨ ਦੁਨੀਆ ਭਰ ਤੋਏ ਹੋਈ ਆ। ਅਲਟੀਮੇਟਲੀ ਫਲਸਤੀਨ ਦੀ ਬਹਾਦਰੀ ਦੇ ਸਾਹਮਣੇ ਦੁਨੀਆ ਦੇ ਸਭ ਤੋਂ ਤਾਕਤਵਰ ਸਾਮਰਾਜ ਨੂੰ ਵੀ ਇੱਕ ਹੱਦ ਤੱਕ ਨਿਮਣਾ ਪਿਆ ਵੀ ਚੰਗਾ ਵੀ ਗੱਲਬਾਤ ਨਾ ਮੁਕਾ ਲਓ। ਬਡੇਨ ਨੇ ਪਰਸੋਂ ਕਿਹਾ ਵੀ 2 ਰਾਜਾਂ ਦੀ ਥਿਊਰੀ, 2 ਦੇਸ਼ਾਂ ਦੀ ਥਿਊਰੀ ਨਾਲ ਹੀ ਮਸਲਾ ਹੱਲ ਹੋਣ ਵਾਲਾ ਆ। ਇਹ ਵੀ ਫਲਸਤੀਨ ਦੇ ਲੋਕਾਂ ਦੀ ਜਿੱਤ ਆ। ਮੈਂ ਸਮਝਦਾ ਕਿ ਇਸ ਲਈ ਜੇ ਇੱਥੇ ਵੀ ਜ਼ੁਲਮ ਹੁੰਦਾ, ਪੁਲਿਸ ਦਾ ਧੱਕੇਸ਼ਾਹੀ ਕਰਦੀ ਆ, ਭ੍ਰਿਸ਼ਟਾਚਾਰ ਕਰਦੀ ਆ, ਝੂਠੇ ਕੇਸਾਂ 'ਚ ਲੋਕਾਂ ਨੂੰ ਫਸਾਉਂਦੀ ਆ, ਸਾਰਾ ਦੇਸ਼ ਇਹ ਹਾਲਤ ਬੁਰਾ ਹੋਇਆ ਆ। ਜਿਹੜਾ ਬੋਲਦਾ ਉਹਨੂੰ ਜੇਲ੍ਹ 'ਚ ਦੇਸ਼ ਧਰੋਹੀ ਕਹਿ ਕੇ ਬੰਦ ਕਰ ਦਿੰਦੇ ਆ। ਪੜ੍ਹੇ ਲਿਖੇ ਲੋਕ, ਯੂਨੀਵਰਸਿਟੀ ਦੀਆਂ ਕੁੜੀਆਂ, ਮੁੰਡੇ ਜਿਹੜੇ ਦੇਸ਼ ਦੀ ਏਕਤਾ ਦੀ ਗੱਲਾਂ ਕਰਦੇ ਆ, ਉਹਨਾਂ ਨੂੰ ਦੇਸ਼ ਧਰੋਹੀ ਦੱਸ ਰਹੇ ਆ। ਅਸਲ ਦੇਸ਼ ਧਰੋਹੀ ਜੇ ਕਹਿਣਾ ਹੋਵੇ ਪੂਰੇ ਅਸਲ ਢੰਗ ਨਾਲ, ਤਾਂ ਫਿਰ ਮੋਦੀ ਸਰਕਾਰ ਤੇ ਮੋਦੀ ਸਰਕਾਰ ਦੇ ਬੰਦੇ ਦੇਸ਼ ਧਰੋਹੀ ਆ, ਜਿਹੜੇ ਦੇਸ਼ ਨੂੰ ਤਬਾਹ ਕਰ ਰਹੇ ਆ। ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਲਈ ਹਿੱਸਾ ਪਾਇਆ ਔਰ ਅੱਜ ਦੇਸ਼ ਨੂੰ ਇੱਕ ਰੱਖਣ ਲਈ ਲੜ ਮਰ ਰਹੇ ਆ, ਉਹ ਦੇਸ਼ ਭਗਤ ਅਸਲ 'ਚ ਉਹ ਆ। ਇਹ ਝੂਠੇ ਦੇਸ਼ ਭਗਤ ਆ ਔਰ ਇਹ ਅੰਨਾ ਕੌਮਵਾਦ ਭਰ ਕੇ ਲੋਕਾਂ 'ਚ ਜ਼ਹਿਰ ਭਰਦੇ ਆ। ਇਹਨਾਂ ਦਾ ਕੰਮ ਤਾਂ ਇਹ ਆ ਵੀ ਤੁਸੀਂ ਜਦੋਂ ਕੋਈ ਮੌਕਾ ਮਿਲਦਾ ਆ, ਲੋਕਾਂ ਨੂੰ ਇਸ ਨਾਂ 'ਤੇ ਲੜਾ ਦਿਓ ਬਹਿ ਕੇ, ਹਿੰਦੂ ਮੁਸਲਮਾਨ ਦੇ ਨਾਂ 'ਤੇ ਲੜਾ ਦਿਓ, ਭਾਰਤ ਤੇ ਪਾਕਿਸਤਾਨ ਦੀ ਲੜਾਈ ਦੇ ਨਾਂ 'ਤੇ ਲੜਾ ਦਿਓ, ਇਸ ਗੱਲ 'ਤੇ ਚੀਨ ਤੇ ਸਾਡੇ ਨਾਂ 'ਤੇ ਲੜਾ ਦਿਓ। ਮਤਲਬ ਇਹਨਾਂ ਦਾ ਇੱਕ ਇਹ ਏਜੰਡਾ ਆ। ਇਹ ਏਜੰਡਾ ਭਾਰਤੀ ਲੋਕੀ ਕਾਮਯਾਬ ਨਹੀਂ ਹੋਣ ਦੇਣਗੇ। ਕੈਪਟਨ ਦੇ 5 ਸਾਲ ਦੇ ਲੰਘੇ ਸਮੇਂ ਦੇ ਰਾਜ ਦੇ ਜਿਹੜੇ ਮਾੜੇ ਕੀ ਚੰਗੇ ਮਾੜੇ ਪ੍ਰਭਾਵ ਆ, ਉਹਦੇ ਬਾਰੇ ਵੀ ਤੁਸੀਂ ਜਾਣਦੇ ਹੋ। ਇਸ ਵੇਲੇ ਜਿਹੜਾ ਕਾਂਗਰਸ ਦਾ ਕਾਟੋ ਕਲੇਸ਼ ਆ, ਇਹ ਕੀ ਕਹਿ ਸਕਦੇ ਹਾਂ ਵੀ ਇਹ ਜਿਹੜਾ ਰਾਜ ਦੇ ਵਿੱਚ ਮਾਫੀਆ ਜਾਂ ਜੋ ਵੀ ਸੀ ਉਹਨੂੰ ਢਕਣ ਲਈ ਆ, ਜਾਂ ਇਹਨਾਂ ਦੀ ਆਪਸੀ ਲੜਾਈ ਹੈ? ਅਸਲ ਜੇ ਤੁਸੀਂ ਨੀਤੀ ਪੱਖ ਤੋਂ ਕਹੋ ਤੇ ਇੱਕ ਨਵੇਂ ਪੈਸੇ ਦਾ ਵੀ ਅੰਤਰ ਨਹੀਂ ਅਕਾਲੀ ਭਾਜਪਾ ਰਾਜ ਦਾ ਤੇ ਕਾਂਗਰਸ ਦਾ।
ਨਾ ਬੇਕਾਰੀ ਦੇ ਮਸਲੇ ਤੇ, ਨਾ ਰੇਤ ਮਾਫੀਆ ਦੇ ਸਵਾਲ ਤੇ, ਨਾ ਗੁੰਡਾਗਰਦੀ ਦੇ ਸਵਾਲ ਤੇ, ਨਾ ਨਸ਼ਾਖੋਰੀ ਦੇ ਸਵਾਲ ਤੇ, ਨਾ ਲੋਕਾਂ ਦੇ ਕਟਾਪਾ ਚਾੜਨ ਦੇ ਮਸਲੇ ਤੇ ਕੋਈ ਅੰਤਰ ਨਹੀਂ ਅਕਾਲੀ ਭਾਜਪਾ ਸਰਕਾਰ ਦਾ ਤੇ ਕਾਂਗਰਸ ਦਾ। ਜੀ ਸਿਰਫ ਇੱਕ ਗੱਲ ਦਾ ਅੰਤਰ ਹੈ ਜੀ, ਥੋੜ੍ਹਾ ਜਿਹਾ ਸਾਨੂੰ ਸਕੂਨ ਪੰਜਾਬ ਦੇ ਲੋਕਾਂ ਨੂੰ ਮਿਲਿਆ ਜੀ ਜਦੋਂ ਅਸੈਂਬਲੀ ਸਾਡੀ ਨੇ ਕਿਹਾ ਪੰਜਾਬ ਦੀ ਨੇ ਵੀ ਅਸੀਂ 3 ਕਾਲੇ ਕਾਨੂੰਨ ਲਾਗੂ ਨਹੀਂ ਕਰਾਂਗੇ, ਅਸੀਂ ਰੱਦ ਕਰਦੇ ਹਾਂ। ਇਹਨਾਂ ਸਾਨੂੰ ਅੰਦੋਲਨਕਾਰੀਆਂ ਨੂੰ ਹੌਸਲਾ ਮਿਲਿਆ। ਇਹ ਕਿਹਾ ਉਹਨਾਂ ਨੇ ਵੀ ਅਸੀਂ ਅੰਦੋਲਨ ਦੇ ਹੱਕ 'ਚ ਹਾਂ, ਇਹਦੇ ਨਾਲ ਵੀ ਸਾਨੂੰ ਹੌਸਲਾ ਮਿਲਿਆ। ਪਰ ਜਿੱਥੋਂ ਤੇ ਉਹਦੀ ਆਪਣੀ ਕਾਰਗੁਜ਼ਾਰੀ ਆ, ਕਾਰਗੁਜ਼ਾਰੀ ਲੋਕਾਂ ਦੇ ਹੱਕ 'ਚ ਨਹੀਂ ਹੈ। ਇਸ ਲਈ ਮੇਰਾ ਅੱਜ ਦੇ ਦਿਨ ਤੇ ਕਹਿਣਾ ਜਿਹੜੀ ਇਹ ਉਹਨਾਂ ਦੇ ਆਪਸੀ ਆ ਫੁੱਟ, ਇਹ ਫੁੱਟ ਦਾ ਅਸਲ 'ਚ ਹੈ ਹੀ ਗੱਦੀ ਦੇ ਮਸਲੇ ਤੇ। ਕਾਂਗਰਸ ਨੂੰ ਅਸਲ ਇਹਨਾਂ ਅਕਾਲੀਆਂ ਨੂੰ ਕਾਂਗਰਸ ਨੂੰ ਗੱਦੀ ਤੋਂ ਬਿਨਾਂ ਸੇਵਾ ਕਰਨੀ ਨਹੀਂ ਆਉਂਦੀ। ਇਹ ਸੇਵਾ ਦਾ ਅਰਥ ਲੈਂਦੇ ਆਪਣੀ ਸੇਵਾ। ਇਸ ਲਈ ਜਿਹਨੂੰ ਗੱਦੀ ਨਹੀਂ ਮਿਲਦੀ ਉਹ ਕਹਿੰਦਾ ਵੀ ਮੈਨੂੰ ਸੇਵਾ ਦਾ ਮੌਕਾ ਨਹੀਂ ਮਿਲਿਆ, ਉਹ ਫਿਰ ਇਲਜ਼ਾਮ ਵੀ ਲਾਉਂਦਾ, ਇੱਦਾਂ ਦੇ ਮੁੱਦੇ ਖੜੇ ਕਰਦਾ ਧਾਰਮਿਕ। ਲਓ ਜਿਹੜਾ ਬੰਦਾ ਸਿੱਧੂ ਵਰਗਾ ਬੀਜੇਪੀ 'ਚ ਰਿਹਾ, ਜਿਹੜੀ ਸਭ ਤੋਂ ਘੱਟ ਗਿਣਤੀਆਂ ਦੀ ਦੁਸ਼ਮਣ ਆ, ਉਹਦੇ ਵਿੱਚੋਂ ਰਹਿ ਕੇ ਮੁੜ ਕੇ ਫਿਰ ਕਾਂਗਰਸ ਚਲਾ ਗਿਆ ਤੇ ਉਹ ਅੱਜ ਕਹੇ ਜੀ ਮੈਨੂੰ ਸਿੱਖ ਧਰਮ ਦੀ ਮਰਿਆਦਾ ਨਾਲ ਬਹੁਤ ਚਿੰਤਾ ਆ, ਸਿਰਫ ਇਹ ਪਖੰਡ ਨਹੀਂ ਤਾਂ ਹੋਰ ਕੀ ਆ। ਮਤਲਬ ਸਿੱਖ ਧਰਮ ਦੇ ਵਿੱਚ ਕੋਈ ਹਿੰਮਤ ਕਿਸੇ ਦੀ ਹੋਵੇ ਜਿਹਨੇ ਕੀਤੀ ਹੈ ਖਰਾਬੀ, ਬੇਅਦਬੀ ਕੀਤੀ ਹੈ, ਸਜ਼ਾ ਮਿਲੇ, ਪੰਜਾਬ ਦੇ ਲੋਕ ਚਾਹੁੰਦੇ ਆ। ਪੰਜਾਬ ਦੇ ਲੋਕ ਕਿਸੇ ਧਰਮ ਦਾ ਵੀ ਤਿਰਸਕਾਰ ਨਹੀਂ ਚਾਹੁੰਦੇ, ਸਭ ਦਾ ਸਤਿਕਾਰ ਬਰਾਬਰ ਕਰਦੇ ਆ। ਲੇਕਿਨ ਇਹਨਾਂ ਲੋਕਾਂ ਨੂੰ ਧਰਮ ਦਾ ਨਹੀਂ ਮਸਲਾ ਹੈ, ਇਹ ਤਾਂ ਐਸਾ ਮੁੱਦਾ ਦੇਖਦੇ ਆ ਜਿਹਦੇ ਨਾਲ ਇਹਨਾਂ ਦਾ ਆਪਣਾ ਮੌਜ ਮੇਲਾ ਹੋ ਜਾਏ, ਕਿਤੇ ਮੁੱਖ ਮੰਤਰੀ ਬਣ ਜਾਵਾਂ, ਕੋਈ ਕਹਿੰਦਾ ਮੈਂ ਮੰਤਰੀ ਬਣ ਜਾਵਾਂ, ਬਸ ਉਹ ਜਿੱਦਾਂ ਕਹਿੰਦੇ ਹੁੰਦੇ ਆ ਵੀ ਅੱਗ ਲਾ ਕੇ ਪਾਸੇ ਹੋਣਗੇ। ਨਾ ਇਹਨਾਂ ਨੂੰ ਪੰਜਾਬ ਦੀਆਂ ਬਿਮਾਰੀ ਦਾ ਕੋਈ ਅੰਤਰ ਆ ਵੀ ਕਰੋਨਾ ਨਾਲ ਲੋਕ ਮਰ ਰਹੇ ਆ, ਨਾ ਲੋਕਾਂ ਦਾ ਰਾਸ਼ਨ ਦਾ ਮਸਲਾ ਆ, ਨਾ ਕਿਸਾਨਾਂ ਦੇ ਉਜਾੜੇ ਦਾ ਮਸਲਾ ਆ, ਨਾ ਜਿਹੜਾ ਪੁਲਿਸ ਜ਼ੁਲਮ ਹੋ ਰਿਹਾ, ਕੁਝ ਨਹੀਂ ਮਸਲਾ ਹੈ। ਇਹਨਾਂ ਦਾ ਮੁੱਦਾ ਤੇ ਸਿਰਫ ਆਪਣੀ ਨਿੱਜੀ ਲੜਾਈ ਆ। ਮੈਂ ਬੇਨਤੀ ਕੀਤੀ ਇਹਨਾਂ ਨੂੰ ਵੀ ਤੁਸੀਂ ਮਿਟ ਜਾਓਗੇ। ਲੋਕ ਚਾਹੁੰਦੇ ਆ ਬਈ ਤੁਸੀਂ ਵੀ ਕੋਈ ਭੂਮਿਕਾ ਅਦਾ ਕਰੋ ਬੀਜੇਪੀ ਨੂੰ ਹਰਾਉਣ ਲਈ ਦਿੱਲੀ 'ਚ, ਪਰ ਜੇ ਤੁਸੀਂ ਆਹੀ ਕੰਮ ਕੀਤਾ ਤੇ ਤੁਸੀਂ ਵੀ ਮਿਟ ਜਾਓਗੇ। ਪੰਜਾਬ ਦੇ ਲੋਕੀ ਇਦੋਂ ਅੱਗੇ ਵਧਣਗੇ, ਤੁਹਾਡੀ ਚਾਲ ਵੀ ਨਹੀਂ ਫੇਲ ਕਾਮਯਾਬ ਹੋਣ ਦੇਣਗੇ ਤੇ ਅਕਾਲੀ ਦਲ ਭਾਜਪਾ ਦੀ ਵੀ ਨਹੀਂ ਹੋਣਗੇ। ਇਸੇ ਕਰਕੇ ਸਾਡਾ ਇਹ ਪੂਰਾ ਇੱਕ ਮਤ ਆ ਵੀ ਨੀਤੀਆਂ ਨਹੀਂ ਬਦਲੀਆਂ ਇਸ ਅਮਰਿੰਦਰ ਸਰਕਾਰ ਨੇ। ਜਿੰਨਾ ਚਿਰ ਨੀਤੀ ਦੀ ਤਬਦੀਲੀ ਨਹੀਂ ਹੁੰਦੀ ਉਹਨਾਂ ਚਿਰ ਲੋਕਾਂ ਦੇ ਮਸਲੇ ਨਹੀਂ ਹੱਲ ਹੁੰਦੇ। ਵਿੱਦਿਆ ਦਾ ਉਹੀ ਹਾਲ ਆ, ਲੋਕੀ ਰੋਜ਼ ਨੌਕਰੀਆਂ ਭਾਲਦੇ ਫਿਰਦੇ ਆ, ਸਿਹਤ ਸੇਵਾਵਾਂ ਦਾ ਉਹੀ ਹਾਲ ਆ, ਟਰਾਂਸਪੋਰਟ ਦਾ ਉਹੀ ਹਾਲ ਆ, ਕਿਸੇ ਗੱਲ 'ਚ ਵੀ ਕੋਈ ਸੁਧਾਰ ਨਹੀਂ ਹੈ। ਅੱਗੇ ਬਾਦਲ ਦੇ ਬੰਦੇ ਜ਼ਮੀਨਾਂ ਦੇ ਕਬਜ਼ੇ ਕਰਦੇ ਸੀ, ਮਾਫੀਆ ਸੀ ਆ ਰੇਤੇ ਦਾ, ਹੁਣ ਉਹੀ ਕੰਮ ਕਾਂਗਰਸੀ ਕਰਦੇ ਆ। ਤਾਂ ਮੈਂ ਸਿਰਫ ਇਹ ਕਹਿੰਦਾ ਵੀ ਇੱਕ ਪੱਖ ਤੋਂ ਸੀ ਵੱਖਰਾ, ਹਾਲੇ ਵੀ ਉਹ ਵੱਖਰੇ ਆ ਭਾਜਪਾ ਨਾਲੋਂ। ਲੋਕਾਂ ਦੇ ਕਾਨੂੰਨਾਂ ਦੇ ਮਸਲੇ ਖੜੇ ਆ, ਜੇ ਉਹ ਚਾਹੁੰਦੇ ਆ ਵੀ ਉਹਨਾਂ ਦਾ ਇਹ ਪੱਖ ਲੋਕਾਂ ਚੰਗਾ ਜਾਵੇ, ਉਹਨਾਂ ਨੂੰ ਨੀਤੀਆਂ ਵਿੱਚ ਵੀ ਤਬਦੀਲੀ ਕਰਨੀ ਚਾਹੀਦੀ ਆ। ਇਹ ਤਰੀਕਾ ਨਹੀਂ ਹੋ ਸਕਦਾ ਵੀ ਪੰਜਾਬ ਦੇ ਲੋਕਾਂ ਦੇ ਕਟਾਪਾ ਚਾੜਨ ਤੇ ਫਿਰ ਵੀ ਲੋਕੀ ਬੱਲੇ ਬੱਲੇ ਅਮਰਿੰਦਰ ਦੀ ਕਰਨ। ਲੋਕੀ ਗੱਲਾਂ ਨਾਲ ਬੱਲੇ ਬੱਲੇ ਨਹੀਂ ਚਾਹੁੰਦੇ, ਲੋਕੀ ਅਮਲ ਚਾਹੁੰਦੇ ਆ ਤੇ ਹਾਲੇ ਅਮਲ ਉਹਨਾਂ ਦਾ ਵੱਖਰਾ ਨਹੀਂ ਹੈ ਕੋਈ। ਇਹ ਬੇਅਦਬੀ ਦੇ ਮਾਮਲੇ ਤੇ ਅਕਾਲੀਆਂ ਨੂੰ ਵੀ ਆਪਾਂ ਦੇਖਿਆ ਇਨਸਾਫ ਨਹੀਂ ਦਵਾ ਸਕੀ। ਕਾਂਗਰਸ ਦਾ ਵੀ ਹੁਣ ਆਪਾਂ ਦੇਖਦੇ ਹਾਂ ਵੀ 4.5 ਸਾਲ ਤੋਂ ਵੱਧ ਸਮਾਂ ਹੋ ਗਿਆ। ਤੁਹਾਨੂੰ ਲੱਗਦਾ ਵੀ ਇਹ ਦੋਨੇ ਪਾਰਟੀਆਂ ਜਿਹੜੀਆਂ ਆ ਉਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਜਿਹੜਾ ਆ ਉਹ ਇਨਸਾਫ ਦਵਾ ਸਕਦੀਆਂ ਗੁਰੂ ਗ੍ਰੰਥ ਸਾਹਿਬ ਨਾਲ ਜੋ ਬੇਅਦਬੀ ਹੋਈ ਸੀ ਉਹਦੇ ਸੰਬੰਧ 'ਚ? ਅਸਲ 'ਚ ਜੇ ਤੁਸੀਂ ਮੈਨੂੰ ਪੁੱਛੋ ਤੇ ਗੁਰੂ ਨਾਨਕ ਦੇਵ ਦੀ ਬਾਣੀ ਜਿਹੜੀ ਹੱਕ ਸੱਚ ਦੀ ਬਾਣੀ ਆ ਔਰ ਜਿਹੜੇ ਸਿੱਖ ਇਤਿਹਾਸ ਦੀਆਂ ਕੁਰਬਾਨੀਆਂ ਆ, ਅਸਲ 'ਚ ਉਹਦਾ ਸਾਰੇ ਦੀ ਬੇਅਦਬੀ ਇਹ ਸਾਰੀਆਂ ਧਿਰਾਂ ਕਰ ਰਹੀਆਂ। ਵਿੱਚ ਉਹਦੇ ਅਕਾਲੀ ਸ਼ਾਮਿਲ ਆ, ਵਿੱਚ ਕਾਂਗਰਸੀ ਸ਼ਾਮਿਲ ਆ, ਵਿੱਚ ਸਾਰੇ ਇਹ ਭਾਜਪਾ ਵਾਲੇ ਸ਼ਾਮਿਲ ਆ। ਜਦੋਂ ਆਪਣੇ ਅਸੀਂ ਗੁਰੂ ਸਾਹਿਬਾਨ ਦੀਆਂ ਬੁਨਿਆਦੀ ਸਿੱਖਿਆਵਾਂ ਨੂੰ ਅਮਲ ਕਰਨ ਦੀ ਬਜਾਏ ਉਹਨਾਂ ਦੇ ਵਿਰੁੱਧ ਕੰਮ ਕਰਦੇ ਹਾਂ ਤੇ ਅਸੀਂ ਫਿਰ ਲੋਕਾਂ ਨੂੰ ਕਹੀ ਅਸੀਂ ਇਹਨਾਂ ਦਾ ਸਤਿਕਾਰ ਬੜਾ ਕਰਦੇ, ਅਸੀਂ ਤਾਂ ਜੀ ਬੜੇ ਗੁਰਸਿੱਖ ਹਾਂ, ਇਹ ਝੂਠ ਹੈ ਬਿਲਕੁਲ ਹੀ। ਅਮਲਾ ਨਾਲ ਆ, ਅਮਲਾ ਸੱਚ ਸਭ ਤੋਂ ਉੱਤੇ ਆ ਨਾਨਕ ਜੀ ਦੇ ਸ਼ਬਦਾਂ 'ਚ। ਇਸ ਲਈ ਜਿਹੜਾ ਸੱਚ ਤੋਂ ਵੀ ਉੱਤੇ ਇੱਕ ਆਚਾਰ ਆ। ਜੇ ਤੁਹਾਡਾ ਆਚਾਰ ਨਹੀਂ ਚੰਗਾ, ਅਮਲ ਨਹੀਂ ਚੰਗਾ ਤਾਂ ਫਿਰ ਗੱਲਾਂ ਬਾਤਾਂ ਨਹੀਂ। ਇਹਨਾਂ ਸਾਰੇ ਲੋਕਾਂ ਦਾ ਅਮਲ ਜਿਹੜਾ ਆ ਉਹ ਸਾਡੇ ਸਿੱਖ ਫਲਸਫੇ ਦੇ ਖਿਲਾਫ ਆ। ਹਾਂ, ਇਹਨਾਂ ਨੇ ਧਰਮ ਦਾ ਇਸਤੇਮਾਲ ਕੀਤਾ ਆ। ਜਦੋਂ ਬਾਦਲ ਨੂੰ ਗੱਦੀ ਦੀ ਲੋੜ ਹੁੰਦੀ ਆ ਉਦੋਂ ਪੰਥ ਨੂੰ ਖਤਰਾ ਆ। ਜੇ ਦੇਖਿਆ ਵੀ ਬਾਦਲ ਉਹਨਾਂ ਨੇ ਖਰਾਬੀ ਕੀਤੀ ਆ, ਫਿਰ ਉਹੀ ਨਾਅਰਾ ਲਾਉਣ ਲੱਗ ਪਿਆ ਕਾਂਗਰਸ ਵਾਲੇ ਵੀ ਹਾਂ ਦੇਖੋ ਜੀ ਬੇਅਦਬੀ ਕੀਤੀ ਆ, ਅਕਾਲੀਆਂ ਤੋਂ ਪੰਥ ਨੂੰ ਖਤਰਾ ਇਹਨਾਂ ਤੋਂ ਹੋ ਗਿਆ, ਹੁਣ ਸਾਨੂੰ ਵੋਟਾਂ ਪਾਓ ਬਹਿ ਕੇ। ਭਾਜਪਾ ਵਾਲੇ ਜਿਹੜੇ ਹਮੇਸ਼ਾ ਹੀ ਘੱਟ ਗਿਣਤੀਆਂ ਦੇ ਖਿਲਾਫ ਆ, ਲੈ ਉਹੀ ਬਹੁਤ ਕਹਿੰਦੇ ਆ ਵੀ ਸਾਨੂੰ ਪੰਥ ਦਾ ਖਤਰਾ ਬਹੁਤ ਦਿਸਦਾ ਬਹਿ ਕੇ। ਹਾਲਾਂਕਿ ਪੰਥ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਸਾਡੇ ਧਰਮ ਨੂੰ ਉਹਦੇ ਜਿਹੜੀ ਸਿੱਖਿਆਵਾਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਉਹ ਸਾਰੀਆਂ ਉਸ ਫਲਸਫੇ ਦੇ ਵਿਰੋਧ 'ਚ ਆ ਜਿਹਨੂੰ RSS ਮੰਨਦੀ ਆ। ਲੇਕਿਨ ਮੇਰਾ ਸਿਰਫ ਕਹਿਣ ਤੋਂ ਇਹ ਆ, ਪੰਜਾਬ ਦੇ ਲੋਕੀ ਚਾਹੁੰਦੇ ਆ ਵੀ ਉਸ ਕਾਂਡ ਦੀ ਪੂਰੀ ਪੜਤਾਲ ਹੋਵੇ, ਜਿਹਨੇ ਕੰਮ ਮਾੜਾ ਕੀਤਾ ਉਹਨੂੰ ਸਜ਼ਾ ਮਿਲੇ। ਇਸ ਮੁੱਦੇ 'ਤੇ ਲੋਕਾਂ ਨੂੰ ਭੜਕਾ ਕੇ ਰਾਜਗੱਦੀ ਹਾਸਲ ਕਰਨਾ, ਸੀਟਾਂ ਮੱਲਣੀਆਂ, ਇਹ ਬੇਅਦਬੀ ਜ਼ਿਆਦੀ ਆ ਸਗੋਂ। ਇਸ ਲਈ ਮੈਂ ਸਮਝਦਾ ਲੋਕਾਂ ਨੂੰ ਸਾਵਧਾਨ ਰਹਿ ਜਾਣਾ ਚਾਹੀਦਾ।
ਇਹਨਾਂ ਲੋਕਾਂ ਨੂੰ ਨਹੀਂ ਦੇਖਣਾ ਚਾਹੀਦਾ ਅੱਗੇ ਵੀ ਇਹ ਮੋਹਰੇ ਨਾਅਰੇ ਲਾਉਣ ਤੇ ਵੀ ਅਸੀਂ ਬੇਅਦਬੀ ਦੇ ਬੜੇ ਵਿਰੋਧ 'ਚ ਆ ਜੀ, ਇਹਦਾ ਬੜਾ ਧੱਕਾ ਹੋ ਗਿਆ। ਅਸਲ ਇਹ ਧੱਕਾ ਤਾਂ ਆਪਣੇ ਆਪ ਨਾਲ ਸਮਝਦੇ ਆ ਵੀ ਸਾਨੂੰ ਗੱਦੀ ਕਦੋਂ ਮਿਲਦੀ ਹੈ। ਹਾਂ, ਅਸੀਂ ਮੰਗ ਕਰਦੇ ਹਾਂ ਕਿ ਜਿਹੜੀਆਂ ਘਟਨਾਵਾਂ ਮੰਦਭਾਗੀਆਂ ਵਾਪਰੀਆਂ ਉਹਨਾਂ ਦੀ ਇਨਕੁਆਇਰੀ ਹੋਵੇ, ਦੋਸ਼ੀਆਂ ਨੂੰ ਸਜ਼ਾ ਮਿਲੇ, ਲੇਕਿਨ ਇਹਦੇ ਨਾਲ ਸਾਰੇ ਲੋਕੀ ਭਾਈਚਾਰਾ ਇਕੱਠੇ ਹੋ ਕੇ ਅਸੀਂ ਬੋਲੀਏ ਬਹਿ ਕੇ। ਇਹ ਲੋਕੀ ਜਿਹੜੇ ਆਪਣੀ ਗੱਦੀ ਦੇ ਕੱਲ੍ਹ ਨੂੰ ਗੱਦੀ ਮਿਲ ਗਈ, ਕਿਸੇ ਨੇ ਚੂੰ ਤੱਕ ਨਹੀਂ ਕਰਨੀ ਵੀ ਉੱਥੇ ਕੋਈ ਬੇਅਦਬੀ ਹੋਈ ਸੀ ਬਹਿ ਕੇ। ਇਹਨਾਂ ਨੂੰ ਜਾਣਦੇ ਨਹੀਂ ਸੀ ਕਿਤੇ ਬਹਿ ਕੇ। ਇਹੀ ਬਾਦਲ ਤੇ ਸੁਖਬੀਰ ਬਾਦਲ ਸਿੱਖੀ ਦੇ ਨਾਅਰੇ ਲਾ ਕੇ ਵੋਟਾਂ ਮੰਗਦੇ ਸੀ। ਹੁਣ ਜ਼ਬਾਨ ਬੰਦ ਕੀਤੀ ਲੋਕਾਂ ਨੇ ਵੀ ਤੁਸੀਂ ਲੋਕਾਂ ਦੀ ਖਰਾਬੀ ਕਰਵਾਈ ਹੈ ਸਾਰੀ, ਤੁਸੀਂ ਲੋਕ ਜ਼ਿੰਮੇਵਾਰ ਹੋ। ਤਾਂ ਮੈਂ ਸਮਝਦਾ ਵੀ ਇਹਨਾਂ ਦਾ ਮਕਸਦ ਇਹ ਹੋ ਰਿਹਾ ਰਾਜਨੀਤੀ 'ਚ ਧਰਮ ਦਾ ਇਸਤੇਮਾਲ ਕਰਨਾ। ਅਸੀਂ ਨਹੀਂ ਚਾਹੁੰਦੇ, ਅਸੀਂ ਧਰਮ ਨੂੰ ਸਤਿਕਾਰ ਨਾਲ ਦੇਖਦੇ ਹਾਂ। ਹਰ ਬੰਦੇ ਨੂੰ ਧਰਮ ਦੀ ਆਜ਼ਾਦੀ ਆ, ਸਾਰੇ ਧਰਮਾਂ ਦਾ ਪੂਰਾ ਸਤਿਕਾਰ ਚਾਹੀਦਾ। ਔਰ ਖ਼ਾਸ ਤੌਰ 'ਤੇ ਸਾਡੀ ਜਿਹੜੀ ਇਹ ਖਿੱਤੇ ਦੀ ਵਿਰਾਸਤ ਆ, ਇਹ ਸਿੱਖ ਧਰਮ ਦੇ ਇਤਿਹਾਸ ਨਾਲ ਬਹੁਤ ਨੇੜੇ ਹੋ ਕੇ ਬੱਝੀ ਹੋਈ ਆ ਜੀ। ਜੇ ਅਸੀਂ ਇਸ ਖਿੱਤੇ ਨੂੰ ਚੰਗਾ ਬਣਾਉਣਾ, ਦੇਸ਼ ਨੂੰ ਚੰਗਾ ਬਣਾਉਣਾ, ਤਾਂ ਸਾਨੂੰ ਬਹੁਤ ਕੁਝ ਮਿਲਦਾ ਸਿੱਖ ਇਤਿਹਾਸ 'ਚੋਂ, ਗੁਰਬਾਣੀ 'ਚੋਂ, ਜੇ ਅਸੀਂ ਅਮਲ ਕਰੀਏ। ਅਤੇ ਮੈਂ ਸਮਝਦਾ ਵੀ ਗੁਰਬਾਣੀ ਦਾ ਸਤਿਕਾਰ ਸਭ ਤੋਂ ਵੱਡਾ ਇਹ ਹੋਏਗਾ ਵੀ ਅਸੀਂ ਬਾਬੇ ਨਾਨਕ ਜੀ ਦੀ ਬਾਣੀ 'ਤੇ ਅਮਲ ਕਰੀਏ ਬਹਿ ਕੇ। ਉਹ ਅਸਲ 'ਚ ਉਹਨਾਂ ਦੀ ਜਿਹੜਾ ਉਹਨਾਂ ਦਾ ਸਤਿਕਾਰ ਕਰਨ ਦੀ ਜਗ੍ਹਾ। ਜੇ ਕੋਈ ਕਵੇ ਜੀ ਮੈਂ ਉਹਦਾ ਨਾ ਜ਼ਿਆਦਾ ਪ੍ਰਚਾਰ ਕਰਕੇ ਕਹਿੰਦਾ, ਜ਼ਿਆਦਾ ਲੋਕਾਂ ਨੂੰ ਭੜਕਾਉਣਾ, ਮੈਂ ਇਹ ਨਾ ਉਹਨਾਂ ਦਾ ਸਤਿਕਾਰ ਨਹੀਂ ਗੁਰਬਾਣੀ ਦਾ ਵੱਧਦਾ, ਨਾ ਗੁਰੂ ਸਾਹਿਬ ਦਾ ਵੱਧਦਾ ਆ। ਸਾਡੀ ਸਮਝਦਾਰੀ ਇਹ ਆ। ਆਖਰੀ ਸਵਾਲ ਆ ਪਾਤਲਾ ਜੀ ਕਿ ਪੰਜਾਬ ਦੇ ਕਿਸਾਨ ਮਜ਼ਦੂਰ, ਛੋਟੇ ਵਪਾਰੀ, 32 ਕਿਸਾਨ ਜਥੇਬੰਦੀਆਂ ਚੋਂ ਪੰਜਾਬ ਦੀਆਂ ਜਿਹੜੀਆਂ 2022 ਦੀਆਂ ਚੋਣਾਂ ਆ, ਉਹਦੇ ਵਿੱਚ ਇੱਕ ਵਧੀਆ ਭੂਮਿਕਾ ਦੇਖਣੀਆਂ ਚਾਹੁੰਦੇ ਆ ਆਪਣੇ ਹੱਕਾਂ ਪ੍ਰਤੀ ਵੀ ਤੁਸੀਂ ਸਾਡੇ ਹੱਕਾਂ ਦੀ ਰਾਖੀ ਕਰ ਸਕਦੇ ਆ। ਇਹਦੇ ਸੰਬੰਧ 'ਚ ਕੀ ਕਹਿਣਾ ਹੈ ਤੁਹਾਡਾ? ਹਾਂ, ਇਹ ਬਹੁਤ ਅੱਛਾ ਸਵਾਲ ਆ। ਇਹ ਕਿਸਾਨ ਅੰਦੋਲਨ ਗੈਰ ਰਾਜਸੀ ਆ ਜੀ, ਗੈਰ ਰਾਜਸੀ ਰਹਿਣਾ ਚਾਹੀਦਾ। ਗੈਰ ਰਾਜਸੀ ਦਾ ਅਰਥ ਇਹ ਨਹੀਂ ਵੀ ਇਹਦੀ ਰਾਜਨੀਤੀ ਕੋਈ ਨਹੀਂ ਹੈ ਜੀ। ਗੈਰ ਰਾਜਸੀ ਦਾ ਮੈਨਾ ਇਹ ਆ, ਇਹਦੇ ਵਿੱਚ ਕਾਂਗਰਸੀ, ਅਕਾਲੀ, ਸਿੱਖ, ਹਿੰਦੂ, ਕਮਿਊਨਿਸਟ ਸਾਰੇ ਲੋਕ ਸ਼ਾਮਲ ਆ। ਇਹ ਕਿਸੇ ਇੱਕ ਪਾਰਟੀ ਦੀ ਚੀਜ਼ ਨਹੀਂ ਹੈ। ਪਰ ਜਿਹੜੀ ਇਹਦੇ ਪਿੱਛੇ ਲੜਾਈ ਵੱਜੀ ਹੈ ਮੋਦੀ ਦੇ ਖਿਲਾਫ, ਉਹ ਰਾਜਸੀ ਆ ਜੀ। ਮੋਦੀ ਦੇ ਖਿਲਾਫ ਲੜਾਈ ਧਾਰਮਿਕ ਨਹੀਂ ਹੈ। ਮੋਦੀ ਖਿਲਾਫ ਲੜਾਈ ਕੋਈ ਇਹ ਨਹੀਂ ਹੈ ਵੀ ਕੋਈ ਵਿਦੇਸ਼ ਦੀ ਲੜਾਈ ਹੈ, ਉਹ ਰਾਜਸੀ ਲੜਾਈ ਹੈ। ਇਸ ਲਈ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਦੀ ਖਾਸ਼ ਹੈ ਇਹ, ਔਰ ਖਾਸ਼ ਦਰੁਸਤ ਆ ਕਿ ਜਿਹੜਾ ਅੰਦੋਲਨ ਪੰਜਾਬ 'ਚ ਭਖਿਆ, ਇਹਦਾ ਲਾਹਾ ਸਾਨੂੰ ਆਉਣ ਵਾਲੇ ਦਿਨਾਂ 'ਚ ਮਿਲੇ। ਲਾਹੇ ਦਾ ਅੰਤਰ ਮੈਂ ਇਹ ਸ਼ਬਦ ਵਰਤੂੰਗਾ ਵੀ ਸਾਨੂੰ ਕਾਂਗਰਸ ਅਕਾਲੀਆਂ ਤੋਂ ਛੁਟਕਾਰਾ ਮਿਲੇ, ਭਾਜਪਾ ਤੋਂ ਛੁਟਕਾਰਾ ਮਿਲੇ। ਅਸੀਂ ਕੋ ਆਪਣੇ ਉਹ ਇੱਦਾਂ ਦਾ ਮਾਹੌਲ ਬਣਾ ਕੇ ਬੰਦੇ ਰੱਖੀਏ, ਇੱਦਾਂ ਦਾ ਬਦਲ ਬਣੇ ਜਿਹੜਾ ਲੋਕਾਂ ਦੀ ਗੱਲ ਤਾਂ ਸੁਣੇ ਕੋ ਬਹਿ ਕੇ। ਹੁਣ ਤਾਂ ਗੱਲ ਸੁਣਦਾ ਬੇਲ ਨਹੀਂ ਕਿਸੇ ਨੂੰ, ਐਸਾ ਪੈਸੇ ਕਮਾਉਣ 'ਤੇ ਲੱਗੇ ਆ। ਮੈਂ ਸਮਝਦਾ ਕਿ ਅੰਦੋਲਨ ਦਾ ਅਸਰ ਪਏਗਾ ਲਾਜ਼ਮੀ। ਔਰ ਅਸੀਂ ਉਸ ਅੰਦੋਲਨ ਨੂੰ ਬੇਨਤੀ ਵੀ ਕੀਤੀ ਕਿਸਾਨਾਂ ਨੂੰ ਵੀ ਤੁਸੀਂ ਗੈਰ ਰਾਜਸੀ ਰਹੋ। ਬਿਲਕੁਲ ਤੁਹਾਡਾ ਠੀਕ ਨਾਅਰਾ ਆ, ਲੇਕਿਨ ਨਾਲ ਜਿਹੜੇ ਤੁਹਾਡੇ ਦੇਸ਼ ਭਰ ਵਿੱਚ ਇੱਕ BJP ਦੇ ਖਿਲਾਫ ਮਾਹੌਲ ਬਣ ਰਿਹਾ, ਉਹ 'ਚ ਹਿੱਸਾ ਪਾਓ, ਵੱਖ-ਵੱਖ ਪਾਰਟੀਆਂ ਜਾ ਕੇ ਮਿਲੋ। ਔਰ ਚੰਗਾ ਕੀਤਾ ਇਹਨਾਂ ਨੇ, ਚੋਣਾਂ 'ਚ 5 ਅਸੈਂਬਲੀਆਂ 'ਚ ਗਏ, ਉੱਥੇ ਲੋਕਾਂ ਨੂੰ ਭਾਜਪਾ ਦੇ ਖਿਲਾਫ ਵੋਟ ਪਾਉਣ ਨੂੰ ਕਿਹਾ, ਉਹਦਾ ਅਸਰ ਪਿਆ। ਬੰਗਾਲ ਦੀ ਜਿੱਤ ਵਿੱਚ ਇਹਨਾਂ ਦਾ ਵੀ, ਕਿਸਾਨਾਂ ਦਾ ਵੀ ਹਿੱਸਾ ਆ, ਤਾਮਿਲਨਾਡੂ 'ਚ ਵੀ ਹਿੱਸਾ ਆ। ਇਹ ਇੱਕ ਰਾਜ ਸੀਗਾ, ਇਹ ਠੀਕ ਆ ਵੀ ਅੰਦੋਲਨ ਕਿਸਾਨਾਂ ਦਾ ਆ। ਪਰ ਜੇ ਇਹਦੇ ਵਿੱਚੋਂ ਇਹ ਗੱਲ ਨਿਕਲਿਆ ਪਏ ਵੀ ਮੋਦੀ ਗੱਦੀ ਤੋਂ ਲਾਉਣ ਦਾ ਨਜ਼ਰੀਆ ਪੈਦਾ ਹੁੰਦਾ, ਤਾਂ ਇਹ ਸਾਡੇ ਲਈ ਬਹੁਤ ਲਾਹੇਵੰਦ ਅਸੀਂ ਚਾਹੁੰਦੇ ਹੋਵੇ। ਇੱਕ ਸਵਾਲ ਹੋਰ ਜੁੜ ਗਿਆ ਕਿ ਭਾਜਪਾ ਦਾ ਪਤਨ ਬਣੇਗਾ ਕਿਸਾਨ ਅੰਦੋਲਨ, ਰਾਜੇਵਾਲ ਨੇ ਕਿਹਾ, ਇਹ ਕਿੰਨੀ ਕੁ ਗੱਲ ਸੰਭਵ ਹੈ? ਤੁਸੀਂ ਅੰਦਾਜ਼ਾ ਲਾ ਲਓ ਬਹਿ ਕੇ ਵੀ ਹਰਿਆਣੇ ਵਰਗਾ ਸੂਬਾ ਜਿੱਥੇ ਖੱਟੜ ਮੀਟਿੰਗ ਨਹੀਂ ਕਰ ਸਕਦਾ ਜੀ, ਅੰਦੋਲਨ ਦਾ ਅਸਰ ਦੀ ਗੱਲ ਆ। ਭਾਜਪਾ ਨੇ ਪੰਜਾਬ 'ਚ ਗਿਆ, ਅਸੀਂ ਕਾਨਫਰੰਸਾਂ ਕਰਾਂਗੇ, ਅਸੀਂ ਪ੍ਰੈਸ ਕਾਨਫਰੰਸਾਂ ਕਰਾਂਗੇ। ਦਿਖਾਓ ਕਿਤੇ ਪੰਜਾਬ 'ਚ ਭਾਜਪਾ ਦੀ ਕਾਨਫਰੰਸ। ਜਿਹੜੀ UP ਜੋਗੀ ਬੋਲਣ ਨਹੀਂ ਦਿੰਦਾ, ਕਿਸੇ ਨੂੰ ਕਟਾਪਾ ਚਾੜਦਾ ਆ ਚੋਣਾਂ ਹੋਈਆਂ ਪੱਛਮੀ UP, ਸਫਾਈ ਹੋ ਗਈ BJP ਦੀ। ਇਸ ਲਈ ਇਹਦਾ ਅਸਰ ਤਾਂ ਦਿਸ ਰਿਹਾ, ਸਾਹਮਣੇ ਦਿਸ ਰਿਹਾ। ਰਾਜਸਥਾਨ, ਹਿਮਾਚਲ, ਪੰਜਾਬ, ਹਰਿਆਣਾ, ਦਿੱਲੀ, ਹੁਣ UP ਤੋਂ ਪਰਲੇ ਪਾਸੇ ਨੂੰ ਤੁਰ ਪਿਆ, ਬਿਹਾਰ ਵੱਲ ਨੂੰ ਤੁਰ ਪਿਆ। ਇਸ ਲਈ ਕੋਈ ਇਹ ਬਹੁਤ ਹੀ ਵੱਡਾ ਅਸਰ ਹੋਇਆ ਅਤੇ ਗਾਹਾਂ ਹੋਰ ਹੋਣ ਵਾਲਾ ਆ। ਇਹ ਅਸਰ ਨੇ ਦੇਸ਼ ਭਰ ਵਿੱਚ ਮੁੱਢ ਬੰਨ੍ਹ ਦਿੱਤਾ ਵੀ ਮੋਦੀ ਦਾ ਮੁਕਾਬਲਾ ਕੀਤਾ ਜਾ ਸਕਦਾ। ਮੈਂ ਤਾਂ ਹੀ ਤੁਹਾਨੂੰ ਕਿਹਾ ਸੀ ਬਈ ਅੱਜ ਤੋਂ 1 ਸਾਲ ਪਹਿਲਾਂ ਕੋਈ ਸੋਚਦਾ ਨਹੀਂ ਸੀ ਹੁੰਦਾ ਵੀ ਮੋਦੀ ਖਿਲਾਫ ਕੋਈ ਬੋਲ ਪਾਊਗਾ। ਹੁਣ ਕੋਈ ਦੇਖਦੇ ਜਾ ਰਿਹਾ ਮੋਦੀ ਚੀਜ਼ ਕਿਹੜੀ ਆ, ਮੋਦੀ ਤਾਂ ਚੀਜ਼ ਇਹ ਬਹੁਤ ਮਾੜੀ ਆ। ਹੁਣ ਤਾਂ ਬੱਚਾ ਜ਼ਬਾਨ 'ਚੋਂ ਕਹਿ ਰਿਹਾ, ਹਰ ਕੋਈ ਇੰਟਲੈਕਚੁਅਲ ਲੋਕ ਕਹਿ ਰਹੇ ਆ, ਕਵੀ ਕਹਿ ਰਹੇ ਆ, ਜਿਹੜੇ ਪੁਰਾਣੇ ਬਿਊਰੋਕਰੈਟਸ ਆ, ਰਿਟਾਇਰ ਹੋਏ ਆ, ਉਹਨਾਂ ਨੇ ਕਿਹਾ ਮੋਦੀ ਨੂੰ ਕੀ ਕਰ ਰਿਹਾ ਤੂੰ, ਬਹਿ ਕੇ ਇੰਤਜ਼ਾਮ ਕਰ, ਬਹਿ ਕੇ ਆ ਤੂੰ ਕਰੋਨਾ ਦਾ ਕਿੱਦਾਂ ਨਜਿੱਠ ਰਿਹਾ, ਤੂੰ ਇਹ ਠੀਕ ਨਹੀਂ ਕਰ ਰਿਹਾ। ਜਿਹੜੇ ਦੇਸ਼ ਦੇ ਰਾਜ ਭਾਗ ਦਾ ਨਾਲ ਪਾਟ ਰਹੇ ਆ। ਇਸ ਲਈ ਮੈਂ ਸਮਝਦਾ ਕਿ ਇਹ ਸਾਰਾ ਇਹ 'ਚ ਕਿਸਾਨ ਅੰਦੋਲਨ ਦੀਆਂ ਬਹੁਤ ਵੱਡਾ ਹਿੱਸਾ ਆ, ਬਾਕੀਆਂ ਦਾ ਵੀ ਹਿੱਸਾ ਆ। ਇਹ ਨਹੀਂ ਮੈਂ ਕਹਿੰਦਾ, ਮਜ਼ਦੂਰਾਂ ਦਾ ਵੀ ਬਹੁਤ ਵੱਡਾ ਹਿੱਸਾ, ਮੁਲਾਜ਼ਮਾਂ ਦਾ ਵੀ ਹਿੱਸਾ, ਪਰ ਕਿਸਾਨੀ ਕਿਉਂਕਿ ਵੱਡਾ ਹਿੱਸਾ ਹੈ ਕਿਸਾਨੀ ਦਾ ਪੰਜਾਬ ਹਿੰਦੁਸਤਾਨ ਦੇ ਲੋਕਾਂ ਦਾ। ਔਰ ਅੰਦੋਲਨ ਪੰਜਾਬ 'ਚੋਂ ਉੱਠਿਆ ਆ, ਇਹਦਾ ਲਾਹਾ ਲਾਜ਼ਮੀ ਤੌਰ 'ਤੇ ਮਿਲੇਗਾ। ਇਹ ਮਾਣਮੱਤਾ ਅੰਦੋਲਨ ਆ। ਪਾਤਲਾ ਜੀ, ਤੁਸੀਂ ਸਾਨੂੰ ਆਪਣਾ ਬਹੁਤ ਕੀਮਤੀ ਸਮਾਂ ਦਿੱਤਾ, ਤੁਹਾਡਾ ਧੰਨਵਾਦ। ਧੰਨਵਾਦ ਸਾਰੇ।
ਤੁਸੀਂ ਦੇਖ ਰਹੇ ਸੀ ਬਿਲਗਾ ਨਿਊਜ਼ ਆਨਲਾਈਨ ਚੈਨਲ। ਸਾਡੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।